जिंदाबाद जिंदाबाद जिंदाबाद। मजदूर किसान एकता जिंदाबाद जिंदाबाद जिंदाबाद। 12 मार्च मठड्डा चलो मठड्डा चलो मठड्डा चलो। 12 मार्च मठड्डा चलो मठड्डा चलो मठड्डा चलो। 12 मार्च मठड्डा चलो मठड्डा चलो मठड्डा चलो। भारतीय किसान यूनियन एकता जिंदाबाद जिंदाबाद जिंदाबाद। ਗੁਰਾਇਆਂ ਦੇ ਨਾਲ ਲੱਗਦੇ ਪਿੰਡ ਮੁਠੱਡਾ ਕਲਾਂ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ ਤੇ ਇਸ ਪ੍ਰੈਸ ਕਾਨਫਰੰਸ ਦੀ ਅਗਵਾਈ ਪਿੰਡ ਦੇ ਸਰਪੰਚ ਵੱਲੋਂ ਕੀਤੀ ਗਈ ਸੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਗੱਲ ਕਹੀ ਗਈ ਤੇ ਦੱਸਿਆ ਗਿਆ ਕਿ 12 ਮਾਰਚ ਨੂੰ ਇੱਕ ਰੈਲੀ ਕੱਢੀ ਜਾਵੇਗੀ ਜਿਸ ਦੀ ਪ੍ਰਧਾਨਗੀ ਜੋਗਿੰਦਰ ਸਿੰਘ ਉਗਰਾਹਾਂ, ਨੌਦੀਪ ਕੌਰ ਤੇ ਉਸ ਦੇ ਨਾਲ ਸਮੇਤ ਕਈ ਹੋਰ ਹਸਤੀਆਂ ਕਰਨਗੀਆਂ ਤੇ ਉੱਥੇ ਹੀ ਉਹ ਇਸ ਰੈਲੀ ਨੂੰ ਸੰਬੋਧਨ ਵੀ ਕਰਨਗੀਆਂ ਤੇ ਅੱਜ ਇਹ ਸਾਰੀ ਪ੍ਰੈਸ ਕਾਨਫਰੰਸ ਉਸ ਰੈਲੀ ਦੇ ਮਿੱਥੇ ਹੋਏ ਨਿਸ਼ਾਨਾਂ ਨੂੰ ਦੱਸਣ ਲਈ ਰੱਖੀ ਗਈ ਸੀ ਤੇ ਇਸ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਇਸ ਰੈਲੀ ਦਾ ਆਯੋਜਨ ਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਜਾਵੇਗਾ। ਅੱਜ ਅਸੀਂ ਪਿੰਡ ਮਠੱਡਾ ਕਲਾਂ ਵੱਲੋਂ ਮਜ਼ਦੂਰ ਕਿਸਾਨ ਹਮਾਇਤ ਸੰਘਰਸ਼ ਕਮੇਟੀ ਮਠੱਡਾ ਕਲਾਂ ਵੱਲੋਂ ਇੱਥੇ ਮਜ਼ਦੂਰ ਕਿਸਾਨ ਘੋਲ ਜਿਹੜਾ ਦਿੱਲੀ ਬਾਰਡਰਾਂ ਦੇ ਉੱਤੇ ਚੱਲ ਰਿਹਾ ਉਹਨੂੰ ਸਪੋਰਟ ਕਰਨ ਵਾਸਤੇ, ਹਮਾਇਤ ਦੇਣ ਵਾਸਤੇ ਵੱਡੇ ਪੱਧਰ ਤੇ ਮਜ਼ਦੂਰ ਕਲਾਸ ਨੂੰ ਕਿਸਾਨ ਘੋਲ ਦੇ ਅੰਦਰ ਸ਼ਮੂਲੀਅਤ ਕਰਨ ਵਾਸਤੇ, ਪ੍ਰੇਰਿਤ ਕਰਨ ਵਾਸਤੇ ਉਹਨਾਂ ਨੂੰ ਕਿਸਾਨ ਭਰਾਵਾਂ ਦੇ ਨਾਲ ਜੋਟੀ ਪਾ ਕੇ ਵੱਡੇ ਪੱਧਰ ਤੇ ਕਿਸਾਨ ਘੋਲਾਂ ਦੇ ਵਿੱਚ ਸ਼ਾਮਲ ਕਰਾਉਣ ਨਹੀਂ, ਡਟ ਕੇ ਹਮਾਇਤ ਕਰਾਉਣ ਵਾਸਤੇ ਇੱਥੇ 12 ਮਾਰਚ ਦਿਨ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਵਰਾਹਾਂ ਵੱਲੋਂ ਵੱਡੀ ਮਹਾਰੈਲੀ ਜਿਹੜੀ ਕਰਵਾਈ ਜਾ ਰਹੀ ਹੈ ਤੇ ਉਸ ਦੇ ਨਾਲ ਸਾਡਾ ਵੱਡੇ ਪੱਧਰ ਤੇ ਸੰਯੁਕਤ ਮੋਰਚੇ ਦੇ ਸਾਰੇ ਹੀ ਸਤਿਕਾਰਯੋਗ ਆਗੂਆਂ ਨੂੰ ਬੇਨਤੀ ਆ ਕਿ ਅਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਸੰਯੁਕਤ ਮੋਰਚੇ ਤੇ ਹਰ ਉਸ ਆਗੂ ਨੂੰ ਖੁੱਲ੍ਹਾ ਸੱਦਾ ਹੈ, ਕੋਈ ਵੀ ਜਥੇਬੰਦੀ ਜਿਹੜੀ ਹੈ ਇਸ ਸਟੇਜ ਤੇ ਆ ਕੇ ਆਪਣੀ ਹਾਜ਼ਰੀ ਲਵਾ ਸਕਦੀ ਹੈ ਕਿਉਂਕਿ ਅਸੀਂ ਇੱਕ ਨਿਵੇਕਲੀ ਪਹਿਲ ਜਿਹੜੀ ਆ ਪਿੰਡ ਮਠੱਡਾ ਕਲਾਂ ਦੀ ਧਰਤੀ ਤੋਂ ਕਰਨ ਜਾ ਰਹੇ ਹਾਂ। ਮਜ਼ਦੂਰ ਇਸ ਰੈਲੀ ਤੋਂ ਬਾਅਦ ਚੇਤਨ ਹੋ ਕੇ ਕਿਸਾਨ ਭਰਾਵਾਂ ਦੀ ਬਾਂਹ ਫੜ ਕੇ ਕਿਸਾਨ ਘੋਲਾਂ ਦੇ ਵਿੱਚ ਸ਼ਮੂਲੀਅਤ ਕਰਕੇ ਵੱਡੇ ਪੱਧਰ ਤੇ ਅਸੀਂ ਮਜ਼ਦੂਰ ਕਿਸਾਨ ਦੀ ਜੋਟੀ ਪਾਉਣ ਵਾਸਤੇ ਇਹ ਪ੍ਰਬੰਧ ਕਰ ਰਹੇ ਹਾਂ। 12 ਮਾਰਚ ਦਿਨ ਸ਼ੁੱਕਰਵਾਰ ਨੂੰ ਇਲਾਕਾ ਭਰ ਦੇ ਲੋਕਾਂ ਨੂੰ, ਇਲਾਕੇ ਭਰ ਦੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ 12 ਮਾਰਚ ਨੂੰ 10:30 ਵਜੇ ਆਪਾਂ ਇੱਥੇ ਜਿਹੜਾ ਮਹਾਰੈਲੀ ਨੂੰ ਕਾਮਯਾਬ ਕਰਨ ਵਾਸਤੇ ਆਪਾਂ ਇੱਥੇ ਸ਼ਿਰਕਤ ਕਰੀਏ। ਬਾਹਰੋਂ ਆਉਣ ਵਾਲੇ ਲੋਕਾਂ ਦੇ ਲਈ ਪਾਰਕਿੰਗ ਔਰ ਲੰਗਰ, ਚਾਹ ਪਾਣੀ ਦਾ ਪ੍ਰਬੰਧ ਜਿਹੜਾ ਵੱਡੇ ਪੱਧਰ ਤੇ ਪਿੰਡ ਨਿਵਾਸੀਆਂ ਵੱਲੋਂ, ਕਿਸਾਨ ਭਰਾਵਾਂ ਵੱਲੋਂ, ਮਜ਼ਦੂਰ ਭਰਾਵਾਂ ਵੱਲੋਂ ਰਲ ਮਿਲ ਕੇ ਮਠੱਡਾ ਕਲਾਂ ਦੇ ਸਾਰੇ ਸਤਿਕਾਰਯੋਗ ਸਾਥੀਆਂ, ਮਾਤਾਵਾਂ, ਭੈਣਾਂ ਦੇ ਸਹਿਯੋਗ ਦੇ ਨਾਲ ਪੂਰੇ ਇਲਾਕੇ ਭਰ ਤੋਂ ਆਉਣ ਵਾਲੇ ਲੋਕਾਂ ਲਈ ਹਰ ਉਹ ਪ੍ਰਬੰਧ ਜਿਹੜਾ ਆ ਉਹ ਕੀਤਾ ਜਾ ਰਿਹਾ ਜਿਹੜੀ ਕਿ ਉਹਨਾਂ ਨੂੰ ਲੋੜ ਰਹੇਗੀ। ਸੋ ਆਪ ਸਭ ਨੂੰ, ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ 12 ਮਾਰਚ ਦਿਨ ਸ਼ੁੱਕਰਵਾਰ ਨੂੰ ਆਪਾਂ ਵੱਡੇ ਪੱਧਰ ਤੇ ਕੇਂਦਰ ਸਰਕਾਰ ਨੂੰ ਲਲਕਾਰਨ ਵਾਸਤੇ, ਇਹ ਦੱਸਣ ਵਾਸਤੇ ਕਿ ਕਿਸਾਨ ਇਸ ਘੋਲ ਦੇ ਅੰਦਰ ਇਕੱਲਾ ਨਹੀਂ, ਦਲਿਤ ਭਰਾ ਜਿਹੜੇ ਆ, ਮਜ਼ਦੂਰ ਭਰਾ ਜਿਹੜੇ ਆ, ਉਹ ਡਟ ਕੇ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਉਹਨਾਂ ਨੂੰ ਚੇਤਨ ਕੀਤਾ ਜਾ ਰਿਹਾ ਇਸ ਦਿਨ। ਸਾਡੇ ਵੱਲੋਂ ਕੋਈ ਪ੍ਰੋਗਰਾਮ ਨਹੀਂ, ਉਹਦੇ ਬਾਰੇ ਜਦੋਂ ਸਾਨੂੰ ਕਹਿਣਗੇ ਜਾਂ ਸਿੱਧੀ ਕੋਈ ਗੱਲ ਹੋਊਗੀ ਤਾਂ ਅਸੀਂ ਉਹਦਾ ਅਗਲਾ ਜਵਾਬ ਦੇਵਾਂਗੇ। ਵੈਸੇ ਕਲੀਅਰ ਕਰ ਦਿਆਂ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਵਰਾਹਾਂ ਨੂੰ ਇਹ ਪ੍ਰੋਗਰਾਮ ਜਿਹੜਾ ਹੈ ਉਹ ਕਰ ਰਹੇ ਆ। ਅਸੀਂ ਸੱਦਾ ਜਿਹੜਾ ਉਹ ਸੰਯੁਕਤ ਮੋਰਚੇ ਦੇ ਸਾਰੇ ਆਗੂਆਂ ਨੂੰ ਹੀ ਭੇਜ ਚੁੱਕੇ ਹਾਂ, ਲਿਖਤੀ ਵੀ ਔਰ ਟੈਲੀਫੋਨ ਰਾਹੀਂ ਵੀ। ਜ਼ਿੰਮੇਵਾਰ ਸਾਥੀਆਂ ਦੇ ਰਾਹੀਂ ਵੀ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕੋਈ ਵੀ ਜਿਹੜਾ ਸਾਥੀ ਆ ਇੱਥੇ ਆ ਕੇ ਮਜ਼ਦੂਰ ਕਿਸਾਨ ਘੋਲ ਨੂੰ ਜਿਹੜਾ ਮਜ਼ਬੂਤ ਕਰਨ ਵਾਸਤੇ ਆਪਾਂ ਲੋਕਾਂ ਲਈ ਇੱਕ ਮੁੱਦੇ ਨੂੰ ਸਪੋਰਟ ਅਸੀਂ ਕਰ ਰਹੇ ਹਾਂ, ਨਾ ਕਿ ਇੱਥੇ ਕੋਈ ਜਥੇਬੰਦੀਆਂ ਦੀ ਆਪਸ ਵਿੱਚ ਕੋਈ, ਕਿਉਂਕਿ ਅਸੀਂ ਆਪਣੇ ਪਿੰਡ ਨਗਰ ਵੱਲੋਂ ਕਰਾ ਰਹੇ ਹਾਂ। ਇਲਾਕੇ ਦੇ ਮਜ਼ਦੂਰਾਂ ਨੂੰ ਕਿਸਾਨ ਭਰਾਵਾਂ ਦੇ ਨਾਲ ਜਿਹੜਾ ਇਕੱਠੇ ਹੋ ਕੇ ਅੰਦੋਲਨ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ। ਕਈਆਂ ਦਾ ਇਹ ਕਹਿਣਾ ਕਿ ਤੁਹਾਨੂੰ ਇਹ ਸਿਆਸੀ ਲਾਹਾ ਲੈਣ ਲਈ ਤੁਸੀਂ ਇਹ ਕਰ ਰਹੇ ਆ। ਦੇਖੋ, ਮੈਂ ਕਾਫੀ ਦੇਰ ਤੋਂ ਇੱਥੇ ਸੰਘਰਸ਼ਾਂ ਦੇ ਮੈਦਾਨ 'ਚ ਇਲਾਕੇ ਭਰ 'ਚ ਸੰਘਰਸ਼ ਕੀਤਾ। ਮੈਂ ਸਰਪੰਚ, ਮੈਂ ਇਕੱਲਾ ਨਹੀਂ, ਸਾਡੀ ਜਥੇਬੰਦੀ ਆ ਪੂਰੇ ਕਿਸਾਨ ਮਜ਼ਦੂਰ ਘੋਲ ਦੀ। ਇਸ ਤੋਂ ਪਹਿਲਾਂ ਇਹ ਐਜੂਕੇਸ਼ਨ ਮਠੱਡਾ ਕਲਾਂ ਕਮੇਟੀ ਸੀ ਜਿਨ੍ਹਾਂ ਦੇ ਰਾਹੀਂ ਅਸੀਂ ਪਹਿਲਾਂ ਵੀ ਘੋਲ ਲੜਦੇ ਆ ਰਹੇ ਹਾਂ।
ਅਸੀਂ ਤਾਂ ਇੱਥੇ 12 ਸਾਲ ਤੋਂ ਪੂਰਾ ਇਲਾਕਾ ਗਵਾਹ ਹੈ, ਤੁਸੀਂ ਪ੍ਰੈਸ ਵੀ ਗਵਾਹ, ਐਮਐਲਏ ਐਮਪੀ ਦੀ ਤਾਂ ਵੈਸੇ ਹੀ ਐਂਟਰੀ ਬੈਨ ਹੈ। ਅਸੀਂ ਜਥੇਬੰਦੀ ਢਾਂਚੇ ਦੇ ਵਿਸ਼ਵਾਸ ਕਰਦੇ, ਅਸੀਂ ਪੋਲੀਟੀਕਲ ਜਿਹੜਾ ਢਾਂਚਾ, ਸਾਡੇ ਕੋਲ ਸਿਆਸਤ ਨਹੀਂ ਹੋ ਸਕਦੀ। ਜੋ ਕੁਝ ਸਿਆਸਤਦਾਨਾਂ ਨੇ ਆਹ ਕੀਤਾ, ਕੋਈ ਵੀ ਬੰਦਾ ਇੰਟੈਲੈਕਚੁਅਲ ਬੰਦੇ ਜਿਹੜੇ ਪੜ੍ਹੇ ਲਿਖੇ ਆ, ਪੋਲੀਟੀਕਲ ਸਾਇੰਸ ਪੜ੍ਹਿਆ ਆ, ਵੱਡੇ ਵੱਡੇ ਅਰਥ ਸ਼ਾਸਤਰੀ ਕਹਿ ਰਹੇ ਕਿ ਬੇੜਾ ਬਿਠਾਤਾ ਪੂਰੇ ਕੇਂਦਰ ਸਰਕਾਰ ਨੇ ਨਹੀਂ, ਪੰਜਾਬ ਸਰਕਾਰ ਨੇ ਵੀ ਬੇੜਾ ਬਿਠਾਇਆ ਲੋਕਾਂ ਦਾ, ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ। ਐਸੀ ਰਾਜਨੀਤੀ ਕੌਣ ਕਰਨਾ ਚਾਹੇਗਾ? ਐਸੀ ਰਾਜਨੀਤੀ ਤੋਂ ਸਾਡੇ ਹੱਥ ਖੜੇ ਆ, ਅਸੀਂ ਇਹ ਨਹੀਂ ਚਾਹੁੰਦੇ। ਮੈਂ ਪੜ੍ਹਿਆ ਲਿਖਿਆ ਇੰਟੈਲੈਕਚੁਅਲ ਸਰਪੰਚ ਆ, ਮੈਨੂੰ ਪਤਾ ਕਿ ਅੱਜ ਦੇ ਦੌਰ ਦੇ ਵਿੱਚ ਜਥੇਬੰਦੀ ਦੀ ਕੀ ਅਹਿਮੀਅਤ ਹੈ। ਸੋ ਇਸ ਕਰਕੇ ਅਸੀਂ ਸਿਆਸਤ ਤੋਂ ਕੋਹਾਂ ਦੂਰ ਆ। ਅਸੀਂ ਇਹ ਪੂਰੀ ਜਥੇਬੰਦੀ ਨੇ ਮਨ ਬਣਾ ਲਿਆ ਕਿ ਅਸੀਂ ਕਦੀ ਵੀ ਇਲੈਕਸ਼ਨ ਜਿਹੜਾ ਆ ਉਹ ਲੜਾਈ ਇਹੋ ਜਿਹੀ ਸਿਆਸਤ ਜਿਹੜੀ ਆ ਕਰਨੀ ਨਹੀਂ ਕਰਾਂਗੇ। ਜੇ ਕੋਈ ਕਿਸਾਨ ਜਥੇਬੰਦੀਆਂ ਕੋਈ ਆਗੂ ਖੜਾ ਕਰੇ ਉਹਦੀ ਹਮਾਇਤ ਕਰੂਗੇ? ਇਹ ਸਮਾਂ ਆਉਣ ਤੇ ਵਿਚਾਰਿਆ ਜਾਏਗਾ। ਜਿੱਦਾਂ ਸਾਡੀ ਜਥੇਬੰਦੀ ਹੈ, ਸਾਡਾ ਪਰਸਨਲ ਪਿੰਡ ਦਾ ਸਮੂਹ, ਪੂਰੇ ਪਿੰਡ ਦਾ ਇਹ ਮੈਟਰ ਆ। ਜਿੱਦਾਂ ਉਹ ਸਾਡੀ ਜਥੇਬੰਦੀ 'ਚ ਕਦੀ ਕੋਈ ਆਉਣ ਵਾਲੇ ਟਾਈਮ 'ਚ ਕੋਈ ਕਿਸੇ ਤਰ੍ਹਾਂ ਦੀ ਵੀ ਜਿਹੜੀ ਪਾਸ ਉਹ ਕਰਨਗੇ, ਮੈਂ ਕਾਂਤੀ ਹੁਣ ਇਕੱਲਾ ਨਹੀਂ, ਮੇਰੇ ਪਿੱਛੇ ਮੇਰੇ ਪਿੰਡ ਦੇ ਸਮੂਹ ਕਿਸਾਨ ਭਰਾ, ਸਮੂਹ ਮਜ਼ਦੂਰ ਭਰਾ, ਔਰਤਾਂ ਦਾ ਵਿੰਗ ਹੈ ਸਾਡਾ ਬਹੁਤ ਵੱਡਾ ਕਾਫਲਾ ਆ। ਅਸੀਂ ਜਿਹੜਾ ਆ, ਅਸੀਂ ਸਾਰੇ ਜਥੇਬੰਦਕ ਢਾਂਚੇ 'ਚ ਪਰੋ ਹੋਏ ਆ, ਸਾਰਾ ਪਿੰਡ। ਜਿੱਦਾਂ ਉਹ ਸਾਨੂੰ ਹੁਕਮ ਲਾਏਗਾ ਉਹ ਦੇਖਾਂਗੇ। ਹੁਣ ਤੁਹਾਡੇ ਮੰਚ ਤੇ ਕੋਈ ਸਿਆਸੀ ਆਗੂ ਆ ਸਕਦਾ ਕਿ ਨਹੀਂ ਆ ਸਕਦਾ? ਨਹੀਂ ਜੀ, ਬਿਲਕੁਲ ਨਹੀਂ। ਬਿਲਕੁਲ ਸਿਆਸੀ ਆਗੂ ਦਾ ਆਉਣਾ ਜਿਹੜਾ ਆ ਇੱਥੇ ਬਿਲਕੁਲ ਮਨਾ ਆ। ਪਿੰਡ ਦੇ ਵਿੱਚ ਆਉਣ ਤੋਂ ਮਨਾ ਆ 12 ਸਾਲ ਤੋਂ। ਇੱਥੇ ਸਾਡੀ ਸਟੇਜ ਤੋਂ ਤਾਂ ਹੁਣ ਬਹੁਤ ਦੂਰ ਦੀ ਗੱਲ ਹੈ। ਸਰਪੰਚ ਸਾਹਿਬ, ਗੱਲ ਤਾਂ ਹੋ ਰਹੀ ਹੈ ਉੱਥੇ ਕਹੇ ਜਾ ਰਿਹਾ ਧੜੇ ਬੰਦੇ ਨੂੰ ਖਤਮ ਕਰਨਾ ਹੈ, ਜਿਹੜੀ ਆਪਸੀ ਅਸਲਬਾਜ਼ੀ ਚੱਲ ਰਹੀ ਹੈ ਦਿੱਲੀ ਮੋਰਚੇ 'ਚ ਚਾਹੇ ਚੱਲ ਰਹੀ ਹੈ, ਪਰ ਉਹ ਗੱਲ ਤਾਂ ਇੱਥੇ ਵੀ ਦੇਖਣ ਨੂੰ ਮਿਲਦੀ ਪਈ ਹੈ। ਇੱਥੇ ਵੀ ਧੜੇ ਬੰਦੇ ਸਾਹਮਣੇ ਆ ਰਹੀ ਹੈ। ਫਿਰ ਕਿੱਥੇ ਜੀ? ਇਸੇ ਜੇ ਆਪਾਂ ਨਗਰ ਦੀ ਗੱਲ ਕਰੀਏ, ਇੱਕ ਅਗਰਾਹਾਂ ਤੁਸੀਂ ਕਹਿ ਰਹੇ ਆ, ਅਗਰਾਹਾਂ ਜਿਹੜੇ ਆਪਣੇ ਜਥੇਬੰਦੀ ਹੈ ਉਹਦੇ ਬੈਨਰ ਜਥੇਬੰਦੀ ਵਾਲੇ ਜਵਾਬ ਦਿੰਦੇ ਆ। ਠੀਕ ਹੈ, ਤੁਹਾਡਾ ਜਥੇਬੰਦੀ ਦੇ ਥੱਲੇ ਕਰ ਰਹੇ ਆ। ਆਪਾਂ ਦਿੱਲੀ ਦੇ ਵਿੱਚ ਮੰਚ ਤੋਂ ਇਹ ਗੱਲ ਕਹਿ ਰਹੇ ਆ ਕਿ ਆਪਾਂ ਜਿਹੜੀ ਧੜੇ ਬੰਦੀਆਂ ਆ ਇਹ ਖਤਮ ਕਰੀਏ, ਇੱਕ ਮੰਚ ਤੇ ਇਕੱਠੇ ਹੋਈਏ। ਪਰ ਇਹ ਜੇ ਆਪਾਂ ਇੱਥੇ ਜੇ ਇੱਕ ਜਥੇਬੰਦੀ ਦੀ ਜਗ੍ਹਾ ਜੇ ਆਪਾਂ ਰਲ ਕੇ ਕਰ ਲੈਂਦੇ, ਇਹਦੇ ਬਾਰੇ ਮੈਂ ਥੋੜਾ ਜਿਹਾ ਪੈਟਰਨ ਹੈ ਜੀ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਲੰਧਰ ਜ਼ਿਲ੍ਹੇ ਦਾ ਆਗੂ ਬਲਵੰਤ ਸਿੰਘ ਮਲਸੀਆਂ। ਥੋੜਾ ਜਿਹਾ ਜਿਵੇਂ ਮਤਲਬ ਵੀਰ ਜੀ ਨੇ ਸਵਾਲ ਕੀਤਾ ਸੀਗਾ ਵੀ ਜੇ ਕੱਲ੍ਹ ਨੂੰ ਕਿਤੇ ਇਲੈਕਸ਼ਨ ਦਾ ਕੋਈ ਸਮਾਂ ਆਉਂਦਾ ਹੈ, ਕੋਈ ਟਾਈਮ ਆਉਂਦਾ ਹੈ, ਤੇ ਉਹਦੇ 'ਚ ਕੀ ਕਰੋਗੇ ਤੁਸੀਂ? ਬਹੁਤ ਕਲੀਅਰ ਕੱਟ ਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਅਸੀਂ ਇਲੈਕਸ਼ਨਾਂ 'ਚ ਹਿੱਸਾ ਨਹੀਂ ਲੈਂਦੀ, ਨਾ ਹੀ ਇਲੈਕਸ਼ਨਾਂ 'ਚ ਹਿੱਸਾ ਲਊਗੀ, ਨਾ ਇਹਦੇ ਪ੍ਰੋਗਰਾਮ ਦਾ ਹਿੱਸਾ ਹੈ, ਨਾ ਇਹਦਾ ਇਤਿਹਾਸ ਆ। ਅਸੀਂ ਇਲੈਕਸ਼ਨਾਂ ਦੇ ਵਿੱਚ ਬਿਲਕੁਲ ਹਿੱਸਾ ਨਹੀਂ ਲੈਂਦੇ, ਨਾ ਹੀ ਕਿਸੇ ਨੂੰ ਇਹ ਕਹਾਂਗੇ ਵੀ ਤੂੰ ਕਿਹਨੂੰ ਵੋਟ ਪਾਉਣੀ ਹੈ, ਕਿਹਨੂੰ ਨਹੀਂ ਪਾਉਣੀ, ਇਹ ਲੋਕਾਂ ਦਾ ਆਪਣਾ ਮਸਲਾ ਹੈ। ਇਹ ਤੋਂ ਅਗਲੀ ਗੱਲ, ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈ ਵੀ ਧੜੇਬੰਦੀ ਨੂੰ ਉਤਸ਼ਾਹਤ, ਬਹੁਤ ਕਲੀਅਰ ਕੱਟ ਗੱਲ ਆ ਵੀ ਪੰਜਾਬ ਦੇ ਵਿੱਚ ਜਦੋਂ ਸੰਘਰਸ਼ ਸ਼ੁਰੂ ਹੋਇਆ ਇਹਨਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ, ਉਦੋਂ ਤੋਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ, ਇਹਨਾਂ ਦਾ ਆਪਸ ਵਿੱਚ ਹੀ ਕਮਾਲ ਦਾ ਤਾਲਮੇਲ ਆ। ਜਦੋਂ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਕੋਈ ਪ੍ਰੋਗਰਾਮ ਉਲੀਕਦਾ ਤੇ ਉਹਨੂੰ ਇਨ ਬਿਨ ਜਿਹੜਾ ਉਹ ਇਹਨੂੰ ਪਾਸ ਹੁੰਦਾ ਹੈ, ਜਿਹੜੀ ਕਿਉਂਕਿ ਤਾਲਮੇਲ ਵੀ ਜਿਹੜੀ ਸਾਡੀ ਸਰਗਰਮੀ ਹੈ, ਤਾਲਮੇਲ ਵਿੱਚ ਸੰਘਰਸ਼ਿਆ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ। ਜਦੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਹੁੰਦੀਆਂ ਤੇ ਉਹ ਤੋਂ ਮਗਰੋਂ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਇਹਨਾਂ ਦੀ ਹੁੰਦੀ ਹੈ। ਤੇ ਹੁਣ ਤੱਕ ਬਹੁਤ ਹੀ ਕਮਾਲ ਦੀ ਏਕਤਾ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ। ਉਹੀ ਏਕਤਾ ਅਸੀਂ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੁਆਬੇ ਦੇ ਵਿੱਚ, ਜਿਹੜਾ ਮਠੱਡਾ ਕਲਾਂ ਦੇ ਵਿੱਚ ਜਿਹੜਾ ਇਹਨਾਂ ਦੇ ਸਾਥੀਆਂ ਨੇ, ਆਪਣੇ ਸਰਪੰਚ ਕਾਂਤੀ ਮੋਹਨ ਜੀ ਤੇ ਇਹਨਾਂ ਦੇ ਪੂਰੇ ਸਾਥੀਆਂ ਨੇ, ਜਿਨ੍ਹਾਂ 'ਚ ਮਜ਼ਦੂਰ ਤੇ ਕਿਸਾਨ ਨੇ, ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਤੇ ਅਸੀਂ ਇਹਦਾ ਸਵਾਗਤ ਕੀਤਾ ਹੈ ਵੀ ਇਹੋ ਜਿਹੀਆਂ ਸਰਗਰਮੀਆਂ ਹੋਣੀਆਂ ਚਾਹੀਦੀਆਂ। ਇਹ ਸਗੋਂ ਅਸੀਂ ਇਸ ਕਰਕੇ ਨਹੀਂ ਵੀ ਇੱਥੇ ਕੋਈ ਵਿਰੋਧ ਖੜਾ ਕਰਨਾ ਹੈ, ਅਸੀਂ ਤਾਂ ਸਗੋਂ ਲੋਕਾਂ ਨੂੰ, ਅਸੀਂ ਆਪਣੇ ਬਹੁਤ ਸਾਰੇ ਹਿੱਸੇ ਸਾਡੇ ਜਿਹੜੇ ਖਾਸ ਕਰਕੇ ਦੁਆਬਾ ਲੱਗ ਰਿਹਾ ਸੀ ਸਾਨੂੰ ਵੀ ਇਹ ਸੰਘਰਸ਼ ਦੇ ਵਿੱਚ ਵੀ ਮਾਲਵੇ ਵਾਲੇ ਉਹਨਾਂ ਨੇ ਬਹੁਤ ਪਹਿਲ ਕਦਮੀ ਕੀਤੀ ਹੈ ਤੇ ਦੁਆਬਾ ਪਿਛੜ ਰਿਹਾ ਸੀ, ਉਹਨੂੰ ਸਗੋਂ ਅਸੀਂ ਹੋਰ ਮਤਲਬ ਜਿਹੜਾ ਹਿਲਾਉਣ ਦੇ ਲਈ ਜਾਂ ਉਹਨੂੰ ਵੱਧ ਸਰਗਰਮੀ 'ਚ ਪਾਉਣ ਦੇ ਲਈ, ਜਾਂ ਸਾਡੇ ਦਿੱਲੀ ਦੇ ਮੋਰਚਿਆਂ 'ਚ ਜਿੱਥੇ ਦੁਆਬੇ ਦੀ ਗਿਣਤੀ ਲੱਗਦੀ ਆ ਵੀ ਘਟਿਆ, ਸਗੋਂ ਇਹਨੂੰ ਹੋਰ ਜਥੇਬੰਦ ਕਰਨ ਦੇ ਲਈ ਜਿਹੜਾ ਇਹਨਾਂ ਨੇ ਪ੍ਰੋਗਰਾਮ ਲਿਖਿਆ ਪੂਰੇ ਦੇ ਪੂਰੇ ਖਿੱਤੇ ਦੇ ਅੰਦਰ, ਪੂਰੇ ਇਲਾਕੇ ਦੇ ਅੰਦਰ, ਪੂਰੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਆ, ਰਾਤ ਦਿਨੇ ਕੀਤਾ ਹੋਇਆ ਵੀ ਲੋਕਾਂ ਨੂੰ ਇੱਥੇ ਲਿਆ ਕੇ ਸੂਬੇ ਦੇ ਆਗੂਆਂ ਨੇ ਇੱਥੇ ਆਉਣਾ, ਜਿਹਦੇ ਵਿੱਚ ਸਾਡੇ ਜਿਹੜੇ ਸੂਬੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰੂਦੂ ਸਿੰਘ ਮਾਨਸਾ, ਉਹਨਾਂ ਨੂੰ ਵੀ ਸੱਦਾ ਦਿੱਤਾ ਹੈ। ਨੌਦੀਪ ਕੌਰ ਜਿਹੜੀ ਉਹ ਕਾਰਕੁਨ ਹੈ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਿਹਾ ਹੋ ਕੇ ਆਈ ਹੈ, ਉਹਨੇ ਵੀ ਆਉਣਾ। ਸੋ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੀ ਹਰਿੰਦਰ ਕੌਰ ਬਿੰਦੂ ਆ ਰਹੀ ਹੈ, ਜਿਹੜੀ ਔਰਤ ਵਿੰਗ ਦੀ ਆਗੂ ਹੈ,
ਉਹਨਾਂ ਨੇ ਸਾਰਿਆਂ ਨੇ ਆਉਣਾ ਹੈ ਤੇ ਆ ਕੇ ਸੱਦਾ ਦੇਣਾ ਇਹ ਵੀ ਆਓ ਆਪਾਂ ਇਕੱਠੇ ਹੋ ਕੇ ਜਿਹੜੇ ਜਦੋਂ ਤੱਕ ਸਾਡੇ ਜਿਹੜੇ ਕਾਲੇ ਕਾਨੂੰਨ ਤੇ ਜਿਹੜੇ ਇਹ ਦੂਸਰੇ ਕਿਰਤ ਕਾਨੂੰਨ ਨੇ ਰੱਦ ਨਹੀਂ ਕਰਵਾ ਲੈਂਦੇ, ਉਦੋਂ ਤੱਕ ਇਸ ਮੋਰਚੇ ਨੂੰ ਚੱਲਦਿਆਂ ਰੱਖਣ ਦੇ ਲਈ, ਉਹਨੂੰ ਪੂਰੀ ਤਾਕਤ ਦੇਣ ਦੇ ਲਈ ਇਹ ਜਿਹੜੀ ਇੱਥੇ ਰੈਲੀ ਹੋਣ ਜਾ ਰਹੀ ਹੈ। ਸੰਯੁਕਤ ਮੋਰਚੇ ਦੇ ਆਗੂ ਤੱਕ ਕਈ ਇਹ ਕਹਿ ਰਹੇ ਸਾਨੂੰ ਪਤਾ ਹੀ ਨਹੀਂ, ਸਾਡੇ ਨਾਲ ਕੋਈ ਇਸ ਮੋਰਚੇ ਦਾ ਸੰਬੰਧ ਨਹੀਂ, ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ। ਦੇਖੋ ਮੈਂ ਥੋੜ੍ਹਾ ਜਿਹਾ ਇਹਦਾ ਜਵਾਬ ਸੰਯੁਕਤ ਮੋਰਚੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਤਾਂ ਫਿਰ ਉਗਰਾਹਾਂ ਜਿਹੜੇ ਇੱਥੇ ਆ ਰਹੇ ਨੇ ਉਹ ਵੱਖ ਹੋ ਕੇ ਆ ਰਹੇ ਨੇ। ਮੈਂ ਥੋੜ੍ਹਾ ਜਿਹਾ ਇਹਦਾ ਜਵਾਬ ਦੇਣਾ ਚਾਹੁੰਦਾ ਜੀ। ਭਾਜੀ ਬਰਨਾਲਾ ਇਹਦਾ ਤੁਸੀਂ ਬਰਨਾਲਾ ਸਬੂਤ ਆ, ਕੱਲ ਦਾ ਸਬੂਤ ਆ, ਕੱਲ ਦਾ ਸਬੂਤ ਆ। ਬਰਨਾਲੇ ਦੇ ਵਿੱਚ ਦੇਖੋ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਬਈ ਪ੍ਰੋਗਰਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੱਦਾ ਦਿੱਤਾ ਤੇ ਸੱਦਾ ਇਸ ਕਰਕੇ ਦਿੱਤਾ ਹੈ ਵੀ ਇਸ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹੋ ਜਿਹੀਆਂ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਲੋਕਾਂ ਨੂੰ ਜੋੜਿਆ ਜਾਵੇ ਇਸ ਅੰਦੋਲਨ ਦੇ ਨਾਲ। ਸੋ ਉਹਦੇ ਵਿੱਚ ਬਰਨਾਲੇ ਦੀ ਰੈਲੀ ਉਹ ਪੈਟਰਨ ਆ। ਜਦੋਂ ਉੱਥੇ ਰੈਲੀ ਰੱਖੀ ਆ ਉਹ 'ਚ ਰਾਜੇਵਾਲ ਸਾਹਿਬ ਵੀ ਆਏ ਆ, ਰੂਦੂ ਸਿੰਘ ਮਾਨ ਸਾਹਿਬ, ਕੁਲਵੰਤ ਸਿੰਘ ਸੰਧੂ ਵੀ ਆਏ ਨੇ, ਹੋਰ ਆਗੂ ਵੀ ਆਏ ਨੇ ਉਸ ਮਤਲਬ ਬਰਨਾਲੇ ਰੈਲੀ ਵਿੱਚ। ਇਹਦੇ 'ਚ ਵੀ ਸਾਡਾ ਸੱਦਾ ਹੈ, ਇਹਦੇ 'ਚ ਸੱਦਾ ਹੈ ਤੇ ਅਸੀਂ ਉਹਨਾਂ ਨੂੰ ਮਾਨ ਸਨਮਾਨ ਨਾਲ ਇੱਥੇ ਮਤਲਬ ਬੋਲਣ ਦਾ ਮੌਕਾ ਫਿਰ ਬੰਦਿਆਂ ਦਾ ਕੁਛ ਮੇਰਾ ਇਹੀ ਸਵਾਲ ਰੋਸਾ ਇਹ ਹੈ ਜੀ, ਫਿਰ ਰਾਜੇਵਾਲ ਸਾਹਿਬ ਨੂੰ ਕੁਝ ਨਹੀਂ ਪਤਾ ਇਹਨਾਂ ਬਾਰੇ। ਮੈਂ ਉਹਨਾਂ ਨੂੰ ਖੁਦ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਇਸ ਮੋਰਚੇ ਵਿੱਚ ਆ ਰਹੇ ਹੋ, ਉਹਨਾਂ ਨੇ ਕਿਹਾ ਜੀ ਮੈਨੂੰ ਸਾਡੀ ਨੌਲੇਜ ਦੇ ਵਿੱਚ ਕੋਈ ਮੋਰਚੇ ਦਾ ਦੇਖੋ ਦੇਖੋ ਕਾਂਤੀ ਮੋਹਨ ਜੀ ਦਾ ਉਹਦੇ ਬਾਰੇ ਦੱਸੋ ਕੀ ਤੁਹਾਡਾ ਵਿਚਾਰ। ਪਹਿਲੀ ਗੱਲ ਤਾਂ ਅਸੀਂ ਦੇਖੋ ਪਹਿਲੀ ਗੱਲ ਪਹਿਲੀ ਗੱਲ ਤੇ ਇਹ ਵੀ ਇੱਕ ਮਿੰਟ ਸਰ, ਪਹਿਲੀ ਗੱਲ ਤੇ ਇਹ ਜੀ ਕੰਟਰੋਵਰਸੀ ਦੇਖੋ ਅਸੀਂ ਪਿੰਡ ਨਾ ਮਠੱਡਾ ਤੁਸੀਂ ਪਾਓ ਇੱਕ ਮਿੰਟ ਜੀ, ਇੱਕ ਪਾ ਹੀ ਰਹੇ ਹੋ, ਮੈਂ ਜਵਾਬ ਦੱਸਦਾ, ਕੋਈ ਨਹੀਂ ਸਵਾਲ ਨਹੀਂ ਕਰਦੇ। ਕੋਈ ਨਹੀਂ ਇੱਕ ਮਿੰਟ ਜੀ। ਸੰਯੁਕਤ ਮੋਰਚਾ ਮੈਂ ਤੁਹਾਨੂੰ ਰਾਈਟ ਦੇ ਰਿਹਾ, ਮੇਰੀ ਗੱਲ ਸੁਣੋ ਜੀ, ਮੈਨੂੰ ਸਵਾਲ ਕਰੋ। ਆਈ ਐਮ ਦਾ ਰਿਸਪੌਂਸਿਬਲ ਫॉर ਐਵਰੀਥਿੰਗ। ਤੁਸੀਂ ਰਾਜੇਵਾਲ ਸਾਹਿਬ ਜਿਹੜੇ ਆ ਉਹ ਵੀ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਲੜ ਰਹੇ ਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਲੜ ਰਹੇ ਆ, ਦੋਨੋਂ ਇੱਕੋ ਹੀ ਮੁੱਦੇ ਤੇ ਲੜ ਰਹੇ ਆ। ਸਾਡਾ ਸਾਰਿਆਂ ਨੂੰ ਸੱਦਾ, ਇਹ ਜ਼ਰੂਰੀ ਨਹੀਂ ਕਿ ਕਿਤੇ ਰੈਲੀ ਵਾਸਤੇ ਸੰਯੁਕਤ ਮੋਰਚੇ ਦਾ ਕੋਈ ਆਗੂ ਜਿਹੜਾ ਆ ਉਹੀ ਤੈਅ ਕਰੇ ਕਿ ਕਿੱਥੇ ਰੈਲੀ ਹੋਣੀ ਕਿੱਥੇ ਨਹੀਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਵੀ ਉਹ ਵੀ ਕੈਪੇਬਲ ਆ, ਉਹਨਾਂ ਕੋਲ ਵੀ ਯੋਗਤਾ ਹੈਗੀ ਆ, ਉਹ ਵੀ ਕਿਤੇ ਡਿਸਾਈਡ ਕਰ ਸਕਦੇ ਆ। ਜਦੋਂ ਸੰਯੁਕਤ ਮੋਰਚਾ ਕਿਤੇ ਡਿਸਾਈਡ ਕਰੇਗਾ, ਸਾਨੂੰ ਸੱਦਾ ਲਾਏਗਾ, ਪਰਸਨਲੀ ਪਿੰਡ ਵਾਲਿਆਂ ਨੂੰ ਲਾਏਗਾ, ਅਸੀਂ ਵੀ ਜਾਵਾਂਗੇ, ਅਸੀਂ ਵੀ ਉਹਨਾਂ ਨੂੰ ਸੱਦਿਆ। ਜੇ ਕੋਈ ਆ ਰਿਹਾ ਤਾਂ ਉਹਦਾ ਜੀ ਆਇਆ ਕਰਾਂਗੇ, ਜੇ ਕੋਈ ਨਹੀਂ ਆ ਰਿਹਾ ਤਾਂ ਕੋਈ ਗੱਲ ਨਹੀਂ। ਇੱਥੇ ਤਾਂ ਕਰੋੜਾਂ ਲੋਕਾਂ ਦੀ ਸ਼ਿਰਕਤ ਹੋਏਗੀ। ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਦੁਆਬੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਇਸ ਕਿਸਾਨ ਘੋਲ ਨੂੰ, ਅਸੀਂ ਇਹਨੂੰ ਨਿੱਜੀ ਨਾ ਬਣਾਈਏ। ਮੈਂ ਪ੍ਰੈਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਮੁੱਦੇ ਨੂੰ ਸਪੋਰਟ ਕਰਾਓ ਲੋਕਾਂ ਤੋਂ। ਆਪਾਂ ਕੰਟਰੋਵਰਸੀਆਂ ਖੜੀਆਂ ਕਰਕੇ ਕਿਤੇ ਨਾ ਕਿਤੇ ਮੋਦੀ ਦਾ ਸਾਥ ਦੇ ਰਹੀ ਆ ਪ੍ਰੈਸ, ਲੋੜ ਨਹੀਂ ਹੈ। ਖੇਤੀ ਕਾਲੇ ਕਾਨੂੰਨਾਂ ਦੀ ਸਪੋਰਟ ਦੇ ਵਿੱਚ ਅਗਰ ਨਵਾਂ ਕਿਰਤ ਕਾਨੂੰਨ ਰੱਦ ਕਰਾਉਣ ਲਈ, ਬਿਜਲੀ ਸੋਧ ਬਿੱਲ ਰੱਦ ਕਰਾਉਣ ਵਾਸਤੇ ਜਨ ਅੰਦੋਲਨ ਬਣਾਉਣ ਦਾ ਯਤਨ ਕਰ ਰਹੀ ਆ ਦੁਆਬੇ ਦੀ ਧਰਤੀ ਤੋਂ ਮਠੱਡਾ ਕਲਾਂ ਦੇ ਕਿਸਾਨ ਔਰ ਮਜ਼ਦੂਰ। ਆਪਾਂ ਮੁੱਦੇ ਨੂੰ ਭਟਕਾਈਏ ਨਾ, ਐਕਚੁਅਲ 'ਚ ਜਿਹੜੀ ਗੱਲ ਕਰਨ ਯੋਗ ਹੈ ਅਸੀਂ ਪ੍ਰੈਸ ਤੋਂ ਉਹੀ ਗੱਲ ਕਰੀਏ। Why we are talking about the Rajya? No need to. मेरी बात सुनो. No need to disclose this matter. Please stop this. क्योंकि we are the responsible. We don't care about anybody. We don't care. ਕੋਈ ਗੱਲ ਨਹੀਂ, ਕੋਈ ਕੀ ਕਹਿ ਰਿਹਾ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਅਸੀਂ ਸੱਦਾ ਲਾ ਰਹੇ ਹਾਂ। ਇੱਕ ਤੁਸੀਂ ਉਹਨੂੰ ਲੈ ਕੇ ਹੀ ਉਹ ਸਵਾਲ ਕੀਤਾ। ਕੌਣ ਕਹਿ ਰਿਹਾ ਕਿ ਉਹਨਾਂ ਦੀ ਰੈਲੀ ਆ? ਉਹ ਮੈਸੇਜ ਉਹ ਲਾ ਰਹੇ ਆ ਜੀ, ਅਸੀਂ ਲਾ ਰਹੇ ਹਾਂ। ਸਵਾਲ ਉਹ ਕਰ ਸਕਦੇ। ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੱਤਾ। ਪਹਿਲੀ ਗੱਲ ਉਹਨਾਂ ਨੇ 23 ਤਰੀਕ ਦਾ ਆਪਣਾ ਅਲੱਗ ਪ੍ਰੋਗਰਾਮ ਦੇ ਦਿੱਤਾ। ਭਾਜੀ 1 ਬਾਈ 1 ਆਪਾਂ ਸੈੱਟ ਕਰ ਲਈਏ। ਪਹਿਲੀ ਗੱਲ ਭਾਜੀ 1 ਬਾਈ 1 ਸੈੱਟ ਕਰ ਲਈਏ। ਬਹੁਤ ਵੱਡਾ ਲਿਟਰੇਚਰ ਛਪਿਆ ਹੋਇਆ, ਲਿਟਰੇਚਰ ਦੇ ਵਿੱਚ ਕੋਈ ਚੀਟਿੰਗ ਨਹੀਂ ਹੋਈ। ਕਿਸੇ ਨੇ ਨਹੀਂ ਕਿਹਾ ਸੰਯੁਕਤ ਮੋਰਚੇ ਦੀ ਸਾਰੇ ਦੀ ਰੈਲੀ ਹੈ ਇਹ। ਇੱਕ ਮਿੰਟ ਸੁਣੋ, ਕੰਟਰੋਵਰਸੀ ਨਾ ਜੇ ਕਰਿਓ ਪਲੀਜ਼। ਹਜ਼ਾਰਾਂ ਸਵਾਲ ਕਰਿਓ, ਚਾਹੇ ਸ਼ਾਮ ਪੈ ਜਾਵੇ, ਕੋਈ ਗੱਲ ਨਹੀਂ, ਜਵਾਬ ਦੇਵਾਂਗੇ। ਤੁਹਾਡਾ ਫਰਜ਼ ਹੈ, ਤੁਹਾਡਾ ਹੱਕ ਹੈ, ਫੁੱਲ ਹੱਕ ਆ ਤੁਹਾਡਾ ਕੰਟਰੋਵਰਸੀ ਦਾ ਵੀ, ਸਵਾਲ ਕਰਨ ਦਾ ਵੀ। ਮੈਂ ਪੰਜਾਬ ਲੋਕ ਸੱਭਿਆਚਾਰਕ ਮੰਚ ਦਾ ਪ੍ਰਧਾਨ ਹਾਂ। ਮੈਂ ਤੇ ਗੁਰਸ਼ਨ ਭਾਜੀ ਹੀ 40-45 ਸਾਲ ਲਾਏ ਨੇ। ਅਸੀਂ ਨਾਟਕ ਕਰਦੇ ਹੀ ਨਹੀਂ, ਗੀਤ ਲਿਖਦੇ ਹੀ ਨਹੀਂ ਜੇ ਸਾਨੂੰ ਦੁਨੀਆਦਾਰੀ ਦਾ ਨਾਂ ਪਤਾ ਹੋਵੇ। ਸਾਨੂੰ ਪਲ ਪਲ ਦਾ ਪਤਾ ਕਿੱਥੇ ਕੀ ਹੋ ਰਿਹਾ, ਕਿੱਥੇ ਨਹੀਂ ਕੀ ਹੋ ਰਿਹਾ। 21 ਫਰਵਰੀ ਨੂੰ ਬਰਨਾਲੇ ਦੀ ਧਰਤੀ ਤੇ 2.25 ਲੱਖ ਬੰਦਾ ਇਕੱਠਾ ਹੋਇਆ। ਇਕੱਠਾ ਕੀਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ। ਸਾਰਾ ਜਹਾਨ, ਦੁਨੀਆ ਦਾ ਸਾਰੀ ਪ੍ਰੈਸ ਜਾਣਦੀ ਆ। ਸੱਦਾ ਪੱਤਰ ਦਿੱਤਾ ਸੰਯੁਕਤ ਮੋਰਚੇ ਦੇ ਸਾਰਿਆਂ ਨੂੰ। ਓਕੇ ਜੀ, ਜਿਹੜਾ ਆਇਆ ਸਿਰ ਤੇ ਬਿਠਾਇਆ, ਪਲਕਾਂ ਤੇ ਬਿਠਾਇਆ। ਰਾਜੇਵਾਲ ਵੀ ਬੋਲਿਆ, ਕਾਂਤੀ ਕੁਲਵੰਤ ਸੰਧੂ ਵੀ ਬੋਲਿਆ, ਸਾਰੇ ਬੋਲੇ ਆ। ਉਹੀ ਪੈਟਰਨ ਇੱਥੇ ਆ। ਸਭ ਨੂੰ ਸੱਦਾ
BKU ਏਕਤਾ ਗਰਾਹਾਂ ਦਾ ਬੁਲਾਰਾ ਕੱਟਿਆ ਜਾ ਸਕਦਾ, ਉਹਦਾ ਟਾਈਮ ਕੱਟਿਆ ਜਾ ਸਕਦਾ, ਜਿਹੜਾ ਆ ਗਿਆ ਉਹਨੂੰ ਪਲਕਾਂ ਤੇ ਬਿਠਾਇਆ ਜਾਊਗਾ। ਇਹ ਸਾਨੂੰ ਮਾਣ ਹੈ ਇਹੋ ਜਿਹੀਆਂ ਜਥੇਬੰਦੀਆਂ ਦੇ ਉੱਤੇ, ਅਸੀਂ ਵੀ ਨਾਲ ਹੀ ਰਹਿੰਦੇ ਹਾਂ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਜਿੱਥੋਂ ਤੱਕ ਸੱਦੇ ਦੀ ਗੱਲ ਹੈ, ਮੇਰੇ ਕੋਲੇ 4 ਫੋਨਾਂ 'ਚ ਰਿਕਾਰਡ ਹੈ ਜਿਹਦੇ ਨਾਲ ਰਾਜੇਵਾਲ ਸਾਹਿਬ ਫੋਨ ਤਾਂ ਆਪ ਤਾਂ ਚੱਕਦੇ ਹੀ ਨਹੀਂ। ਤੁਹਾਡੇ ਕੋਲ ਇਹੋ ਜਿਹਾ ਕੋਈ ਫੋਨ ਹੋ ਸਕਦਾ ਜਿਹੜਾ ਰਾਜੇਵਾਲ ਨੂੰ ਸਿੱਧਾ ਜਾਂਦਾ ਹੋਵੇ? ਰਾਜੇਵਾਲ ਜੀ ਦਾ ਸੈਕਟਰੀ ਫੋਨ ਚੱਕਦਾ, ਓਂਕਾਰ ਉਹਦਾ ਨਾਮ ਆ। 4 ਵਾਰੀ ਫੋਨ ਮੇਰੇ ਹੋਏ ਨੇ, 4 ਵਾਰੀ ਫੋਨ ਇਹਨਾਂ ਦੇ ਹੋਏ ਨੇ। ਉਹ ਗਰਾਹਾਂ ਜੀ ਨੇ ਉਹਨਾਂ ਨੂੰ ਅੱਡ ਕਿਹਾ ਹੋਇਆ, ਇਹ ਰਿਕਾਰਡ ਕਰੋ ਭਾਵੇਂ, ਠੀਕ ਹੈ ਨਾ। ਸੋ ਉਹਨਾਂ ਦੇ ਵੀਰ ਜੀ ਮੈਨੂੰ ਉਹਨਾਂ ਨੇ ਇਹ ਕਿਹਾ ਸਾਨੂੰ ਵੀ ਵੱਖ-ਵੱਖ ਥਾਵਾਂ ਤੇ ਸਟੇਟਾਂ ਦੇ ਵਿੱਚ ਚੋਣਾਂ ਦੇ ਮੁਹਿੰਮਾਂ ਚੱਲਦੀਆਂ ਨੇ, ਕਈ ਥਾਂ ਤੇ ਡਿਊਟੀਆਂ ਲੱਗਦੀਆਂ ਨੇ, ਮੁਸ਼ਕਲ ਲੱਗਦੀ ਹੈ, ਚਲੋ ਦੇਖ ਲਵਾਂਗੇ, ਠੀਕ ਹੈ ਨਾ। ਰੁਲਦੂ ਮਾਨਸਾ ਜੀ ਨੇ ਯੈਸ ਕਰ ਦਿੱਤੀ ਆ। ਅਸੀਂ ਸਾਰੇ ਸਭ ਨੂੰ ਕਿਹਾ ਕੁਲਵੰਤ ਸੰਧੂ ਆਵੇ, ਜਿਹੜਾ ਮਰਜ਼ੀ ਆਵੇ ਤਾਂ ਸਹੀ। ਕੋਈ ਹੁਣ ਤੁਸੀਂ ਦੇਖੋ ਵੀ ਇਸ ਮਸਲੇ 'ਚ ਸੰਯੁਕਤ ਮੋਰਚੇ ਦਾ ਕੋਈ ਮੈਨੀਫੈਸਟੋ ਨਹੀਂ ਕਹਿੰਦਾ ਕਿ ਕੋਈ ਜਥੇਬੰਦੀ ਆਪੋ ਆਪਣੀ ਰੈਲੀ ਨਹੀਂ ਕਰ ਸਕਦੀ। ਹਰ ਕਰ ਸਕਦੀ, ਪਰ ਕੰਟਰੋਵਰਸੀਅਲ ਨਾ ਹੋਵੇ, ਉਹਦੇ ਅਗੇਂਸਟ ਨਾ ਹੋਵੇ, ਉਹਨੂੰ ਅਪਲਿਫਟ ਕਰਦੀ ਹੋਵੇ, ਉਹਨੂੰ ਪ੍ਰਮੋਟ ਕਰਦੀ ਹੋਵੇ, ਉਹਨੂੰ ਸਟਰੈਂਥਨ ਦਿੰਦੀ ਹੋਵੇ। ਇਹ ਤੋਂ ਬਿਨਾਂ ਤਾਂ ਕੰਮ ਨਹੀਂ ਕੋਈ ਚੱਲਣਾ। ਸੋ ਇਸ ਕਰਕੇ ਆਪਣਾ ਇਸ਼ੂ ਇਹ ਹੈ ਕਿ ਕੋਈ ਬੈਨ ਹੀ ਨਹੀਂ ਲੱਗਿਆ ਹੋਇਆ। ਕੋਈ ਫੈਸਲਾ ਤੁਸੀਂ ਕਿਤੋਂ ਫੈਸਲਾ ਕਰਕੇ ਕੱਢ ਕੇ ਦਿਖਾ ਦਿਓ ਵੀ ਸੰਯੁਕਤ ਮੋਰਚਾ ਕਹੇ ਵੀ ਕੱਲੀ ਜਥੇਬੰਦੀ ਰੈਲੀ ਨਹੀਂ ਕਰ ਸਕਦੀ। ਮਾਨਸੇ ਰੈਲੀ ਹੋਈ ਆ, ਦੌਦਰ ਰੈਲੀ ਹੋਈ ਆ, ਹੁਣੇ ਜੀ ਢੁੱਡੀ ਕੇ ਰੈਲੀ ਹੋ ਕੇ ਹਟੀ ਹੈ ਜੀ, ਹੈ ਨਾ। ਅੱਛਾ, ਇਸੇ ਤਰੀਕੇ ਦੇ ਨਾਲ ਤਰਨਤਾਰਨ ਦੇ ਕੋਲੇ ਰੈਲੀ ਹੋਈ ਆ, ਯੂਪੀ ਸਾਰੇ 'ਚ ਹੁੰਦੀਆਂ ਨੇ, ਹਰਿਆਣੇ 'ਚ ਹੁੰਦੀਆਂ ਨੇ, ਰਾਜਸਥਾਨ 'ਚ ਹੁੰਦੀਆਂ ਨੇ। ਦੇਖੋ ਇਸ ਤਰ੍ਹਾਂ ਦੇ ਇਹ ਤਾਂ ਕਿਸੇ ਨੇ ਨਹੀਂ ਕਿਹਾ ਜੀ ਵੀ ਤੁਸੀਂ ਰੈਲੀ ਨਹੀਂ ਕਰ ਸਕਦੇ। ਹਾਂਜੀ, ਅਸੀਂ ਤਾਂ ਇਹ ਕਿਹਾ ਵੀ ਸੰਯੁਕਤ ਮੋਰਚੇ ਨੂੰ ਇਕੱਠੇ ਲੈ ਕੇ ਜਾ ਰਹੇ ਹਾਂ। ਬਿਲਕੁਲ ਜੀ। ਤੇ ਜੇ ਤੁਸੀਂ ਇਕੱਠੇ ਲੈ ਕੇ ਜਾ ਰਹੇ ਤੇ ਫਿਰ ਉਹਨਾਂ ਦੇ ਆਗੂਆਂ ਨੂੰ ਕਿਉਂ, ਕਈ ਆਗੂ ਜਿਹੜੇ ਇਹ ਕਹਿ ਰਹੇ ਆ ਸਾਨੂੰ ਪਤਾ ਹੀ ਨਹੀਂ, ਉਹ ਨਹੀਂ ਹੋਣਾ ਚਾਹੀਦਾ। ਨਹੀਂ, ਅਸੀਂ ਤਾਂ ਇਹ ਕਹਿੰਦੇ ਦੇਖੋ ਜੀ, ਸੰਯੁਕਤ ਮੋਰਚਾ ਇਕੱਠਾ ਅਸੀਂ ਤਾਂ ਬੇਨਤੀ ਕਰਦੇ ਹਾਂ ਆਪਣੇ ਮਾਧਿਅਮ ਰਾਹੀਂ ਵੀ, ਜੋ ਅਸੀਂ ਇਹਨਾਂ ਤੋਂ ਪੁੱਛਿਆ, ਸਾਨੂੰ ਵੀ ਇਹ ਪਤਾ ਪਲਸ ਮੰਚ ਵਾਲਿਆਂ ਨੂੰ, ਤੁਹਾਡੇ ਮਾਧਿਅਮ ਰਾਹੀਂ ਵੀ ਸਾਰੀ ਸੰਗਤ ਦੇ ਸਾਹਮਣੇ ਕਹਿੰਦੇ ਆ, ਸਾਰੇ ਸੰਯੁਕਤ ਮੋਰਚੇ ਨੂੰ ਸਭ ਨੂੰ ਸੱਦਾ ਹੈ, ਖੁੱਲਾ ਸੱਦਾ, ਜਿਹੜਾ ਵੀ ਆਊਗਾ ਹਰ ਇੱਕ ਨੂੰ ਸਮਾਂ ਦਿੱਤਾ ਜਾਊ। ਪਰ ਜਿਹੜੇ ਆਰਗੇਨਾਈਜ਼ ਕਰਨਗੇ, ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਮਿਹਨਤ ਕਰਦੇ ਨੇ, ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ, ਉਹਨਾਂ ਨੂੰ ਇਹ ਪੂਰਾ ਹੱਕ ਹੈ। ਇਹੋ ਜਿਹੀ ਕੋਈ ਪਾਬੰਦੀ ਨਹੀਂ ਹੈ, ਨਾ ਇਹ ਕੰਟਰੋਵਰਸੀ ਇਸ਼ੂ ਆ, ਇਹ ਕੋਈ ਐਂਟਾਗਨਾਸਟਿਕ ਚੀਜ਼ ਨਹੀਂ ਹੈ, ਕੋਈ ਵਿਪਰੀਤ ਚੀਜ਼ ਨਹੀਂ ਹੈ। ਇਹ ਇੱਕ ਦੂਜੇ ਦੀਆਂ ਪਰਸਪਰ ਜਿਹੜੀਆਂ ਨੇ ਸਹਿਯੋਗੀ ਕੰਮ ਆ। ਇਹ ਦੋਵੇਂ ਲਾਈਨਾਂ ਇੱਕ ਦੂਜੇ ਨੂੰ ਤਕੜੀ ਕਰਨ ਵਾਲੀਆਂ ਨੇ। ਹਰ ਇੱਕ ਨੂੰ ਰਾਜੇਵਾਲ ਜੀ ਉਹਨਾਂ ਦੀ ਵੀ ਹੁੰਦੀਆਂ ਨੇ, ਹੋਰਾਂ ਜਥੇਬੰਦੀਆਂ ਦੀ ਵੀ ਹੁੰਦੀਆਂ ਨੇ, ਪੰਜਾਬ 'ਚ ਹੀ ਹੁੰਦੀਆਂ। ਹੁਣੇ ਢੁੱਡੀ ਕੇ ਪਰਸੋਂ ਦਾ ਜੇ ਹੋਈ ਹੈ ਜੀ ਰੈਲੀ, ਕੋਈ ਨਹੀਂ ਹੈ। ਸੋ ਇਸ ਕਰਕੇ ਜੇ ਕੋਈ ਤੁਹਾਨੂੰ ਕਹਿੰਦਾ ਕਿ ਉਹ ਕਹਿੰਦਾ ਕਿ ਸਾਨੂੰ ਪਤਾ ਨਹੀਂ ਹੈ, ਇਹਦਾ ਆਨਸਰ ਤਾਂ ਉਹੀ ਦੇ ਸਕਦਾ ਨਾ। ਅਸੀਂ ਆਨਸਰ ਇਹ ਦਿੰਦੇ ਹਾਂ ਜ਼ਿੰਮੇਵਾਰੀ ਨਾਲ। ਸਰ ਜੀ, ਜਿਵੇਂ ਤੁਸੀਂ ਚਿੰਤਕ ਇਹ ਨਾਲੇ ਹੋਰ ਦੇਖੋ, ਕੋਈ ਨਾ, ਇੱਕ ਮਿੰਟ ਮਾੜੀ ਮੈਂ ਕਰ ਲਵਾਂਗਾ। ਜਿਵੇਂ ਤੁਸੀਂ ਚਿੰਤਕ ਹੋ, ਅਸੀਂ ਵੀ ਪੂਰਾ ਮੀਡੀਆ, ਅਸੀਂ ਵੀ ਇਸੇ ਸਮਾਜ 'ਚ ਰਹਿੰਦੇ, ਅਸੀਂ ਵੀ ਚਿੰਤਕ ਹੈ ਕਿ ਕਾਲੇ ਕਾਨੂੰਨ ਲਾਗੂ ਹੋਣ ਨਾਲ ਨੁਕਸਾਨ ਹੁੰਦਾ ਦੇਸ਼ ਦਾ, ਤਾਂ ਸਾਡਾ ਵੀ ਨਾਲ ਹੀ ਹੁੰਦਾ। ਅਸੀਂ ਕਿਤੇ ਸਮਾਜ 'ਚ ਨਹੀਂ ਰਹਿੰਦੇ, ਜਹਾਜ਼ੇ ਚੜ ਕੇ ਨਹੀਂ ਜਾਣਾ, ਅਸੀਂ ਵੀ ਉਹੀ ਕਹਿਣਾ ਜੋ ਕਿਸਾਨ ਨੇ ਪੈਦਾ ਕਰਨਾ। ਜੀ ਜਿਹੜਾ ਇਹ 12 ਦਾ ਆਪਣਾ ਪ੍ਰੋਗਰਾਮ ਹੈ ਜੀ, ਅਸੀਂ ਨਾਲ ਹੈ, ਤੁਹਾਡੀ ਸਪੋਰਟ ਹੈ, ਅਸੀਂ ਮੀਡੀਆ 'ਚ ਪ੍ਰਸਾਰਿਤ ਕਰਨਾ, ਕੋਈ ਦੋ ਰਹਿ ਨਹੀਂ ਹੈ ਜੀ। ਪਰ ਇੱਕ ਅਸੀਂ ਕੁਝ ਦਿਨਾਂ ਤੋਂ ਅਸੀਂ ਭਾਂਫ ਰਹੇ ਹਾਂ ਵੀ ਜਿਹੜੇ ਪਹਿਲਾਂ ਡਟੇ ਹੋਏ ਨੇ ਉੱਥੇ ਜੀ, ਕਿਸਾਨ ਮਜ਼ਦੂਰ ਆਗੂ ਸਾਹਿਬਾਨ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਸਾਡੇ ਪੱਤਰਕਾਰ ਵੀਰਾਂ ਨੇ ਨਾ, ਮੈਂ ਵੀ ਉਹਨਾਂ ਤੋਂ ਵੀ ਅਸੀਂ ਪੁੱਛਿਆ ਵੀ ਤੁਹਾਡੇ ਵੀ ਬਿਆਨ ਲਾਈਏ ਵੀ ਵੱਧ ਤੋਂ ਵੱਧ ਇਕੱਠ ਕਰੋ ਜੀ, ਤਾਂ ਕਿ ਤੁਹਾਡੀ ਇਹ ਜਿਹੜੀ ਰੈਲੀ ਆ ਆਪਣੀ ਜਿਹੜੀ ਕਾਮਯਾਬ ਹੋਵੇ ਵੱਧ ਤੋਂ ਵੱਧ। ਉਹਨਾਂ ਕਿਸੇ ਨੇ ਸਾਨੂੰ ਰਿਸਪੌਂਸ ਨਹੀਂ ਦਿੱਤਾ ਵੀ ਆ ਬਈ ਗੁੜੇ, ਆ ਵੀ ਪੱਤਰਕਾਰ ਵੀਰੋ ਸਾਡਾ ਵੀ ਬਿਆਨ ਲਾਓ ਵੀ ਸਾਡੇ ਨਾਲ ਜਿਹੜੇ ਜੁੜੇ ਹੋਏ ਲੋਕ ਆ ਉਹ ਵੀ ਇੱਥੇ ਪਹੁੰਚਣ। ਇਦਾਂ ਦਾ ਨਹੀਂ ਸਾਨੂੰ ਦੇਖਣ ਨੂੰ ਮਿਲਿਆ, ਤਾਂ ਉਹ ਚਿੰਤਾ ਆ ਸਾਨੂੰ ਸਾਰਿਆਂ ਨੂੰ। ਉਹਦੇ ਬਾਰੇ ਵੀ ਆਰ ਵੈਰੀ ਪ੍ਰਾਊਡ ਆਫ ਉਹਦੇ ਬਾਰੇ ਮੈਂ ਸਗੋਂ ਹੋਣਾ ਤਾਂ ਇਹੀ ਚਾਹੀਦਾ। ਅਸੀਂ ਤਾਂ ਇਹ ਕਹਿ ਸਕਦੇ ਹਾਂ ਪਲਸ ਮੰਚ ਵੱਲੋਂ ਵੀ ਉਹਦੇ ਤੋਂ ਫਿਰ ਸਾਨੂੰ ਥੋੜੀ ਜਿਹੀ ਸ਼ੱਕ ਜਿਹੀ ਇਹ ਤਾਂ ਚੰਗਾ, ਸਾਨੂੰ ਚੰਗਾ ਨਹੀਂ ਅਸੀਂ ਲੱਗਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਇਸ ਮੈਂ ਥੋੜਾ ਜਿਹਾ ਇਹਦੇ ਬਾਰੇ ਦੇਖੋ, ਇੱਕ ਮਿੰਟ ਜੀ, 26 ਦੀ ਦੇਖੋ ਤੁਹਾਡੇ ਸਾਹਮਣੇ ਦੋ ਸਟੇਟਮੈਂਟਾਂ ਆ ਗਈਆਂ। ਇਧਰਲੀ ਸਟੇਟਮੈਂਟ ਉਹਦੇ ਵਿੱਚ ਵੀ ਉਧਰਲੀ ਸਟੇਟਮੈਂਟ ਤੁਹਾਨੂੰ ਕਹਿ ਨਹੀਂ ਰਹੀ। ਇਹ ਫਿਰ ਹੁਣ ਇਹਦਾ ਉਹਦੇ ਵਿੱਚ ਸਾਨੂੰ ਇਦਾਂ ਫਿਰ ਕਿਤੇ ਨਾ ਕਿਤੇ ਉਹ ਮਾੜਾ ਮਹਿਸੂਸ ਹੋ ਰਿਹਾ, ਚੰਗਾ ਨਹੀਂ ਲੱਗਦਾ ਸਾਨੂੰ ਵੀ। ਅਸੀਂ ਤੁਹਾਡੇ ਨਾਲ ਹੈ, ਅਸੀਂ ਚਾਹੁੰਦੇ ਰੈਲੀ ਕਾਮਯਾਬ ਹੋਵੇ, ਕਾਨੂੰਨ ਖਤਮ ਹੋਣੇ ਚਾਹੀਦੇ ਨੇ, ਇਹ ਸਹਿਮਤ ਹੈ। ਪਰ ਜਿਹੜੇ ਖਤਮ ਕਰਵਾਉਣ ਦੇ ਲਈ ਉੱਥੇ ਡਟੇ ਹੋਏ ਨੇ, ਉਹ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਿੱਛੇ ਜਿਹੜੀ ਸੰਸਥਾ ਰੈਲੀ ਕਰਦੀ ਆ, ਉਹ ਡਟਣ ਵਾਲਿਆਂ ਦੇ ਵਿੱਚ ਜੇ ਅੱਗੇ ਨਹੀਂ ਤਾਂ ਪਿੱਛੇ ਵੀ ਨਹੀਂ। ਬਹੁਤ ਵੱਡੀ ਜਥੇਬੰਦੀ ਆ। ਰਾਤ ਦਾ ਹੀ ਤੁਸੀਂ NDTV ਤੇ ਰਵੀਸ਼ ਦਾ ਪ੍ਰੋਗਰਾਮ ਸੁਣਿਆ ਹੋਊਗਾ। 70,000 ਔਰਤ ਲੈ ਕੇ ਗਏ ਆ ਕੱਲੀ, ਸੁਣਿਆ 70,000 ਔਰਤ ਲੈ ਕੇ ਗਏ। ਇਹਨਾਂ ਦਾ ਇਕੱਠ ਹੁੰਦਾ, ਅਸੀਂ ਵੀ ਦੇਖਿਆ ਜਿਹੜਾ ਦੁਆਬੇ ਦੇ ਵਿੱਚ ਹੁਣ ਪਹਿਲੀ ਹੋਣ ਜਾ ਰਹੀ ਉਹਦੀ ਰੈਲੀ। ਪਰ ਜਿਹੜਾ ਹੁਣ ਅਸੀਂ ਗੱਲ ਕਰਦੇ 26 ਤਰੀਕ ਦਾ ਵੀ ਜਿਹੜਾ ਉੱਥੇ ਇਹ ਘਟਨਾਕ੍ਰਮ ਹੋਇਆ ਸੀਗਾ, ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀਗੀ, ਪੰਧੇਰ ਸਾਹਿਬ ਦਾ ਵੱਖਰਾ ਹੀ ਪ੍ਰੋਗਰਾਮ, ਚਾਹੇ ਪੰਜਾਬ ਦੀ ਗੱਲ ਕਰੀਏ ਉਹਨਾਂ ਦਾ ਵੱਖਰਾ ਹੀ ਪ੍ਰੋਗਰਾਮ ਹੁੰਦਾ ਸੀਗਾ, ਜਿੱਥੋਂ ਮਾਰ ਪੈਂਦੀ ਵੀ ਹੈ ਇਹਨੂੰ
ਜੇ ਆਪਾਂ ਉਹੀ ਇਕੱਠੇ ਹੋਈਏ, ਜੇ ਹੁਣ ਇਹੀ ਚੀਜ਼ ਆਪਾਂ ਇੱਥੇ ਜ਼ਾਹਰ ਕਰਦੇ ਪਏ ਆ ਕਿ ਇੱਥੇ ਵੀ ਕਿਤੇ ਨਾ ਕਿਤੇ ਅਗਰਾਹਾਂ ਸਾਹਿਬ ਦੀ ਜਿਹੜੀ ਰੈਲੀ ਹੋ ਰਹੀ ਹੈ ਇਹ ਵੱਖਰੀ ਹੈ ਜੀ। ਦੁਆਬੇ ਵਾਲਿਆਂ ਨੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਆ, ਉਹਨੇ 23 ਤਰੀਕ ਦੇ ਆਪਣੀ ਵੱਖਰੀ ਰੱਖ ਦਿੱਤੀ ਹੈ ਜੀ ਖੱਟੜ ਕਲਾਂ ਦੇ ਨਹੀਂ ਜੀ, ਵਿੱਚ। ਵੱਖਰੀ ਇਹਨੂੰ ਨਾ ਕਹੋ, ਆਪੋ ਆਪਣੀ ਹੈ। ਗੱਲ ਸੁਣੋ ਜੀ, ਉਹਨਾਂ ਦਾ ਜੋ ਅਸੀਂ ਨਹੀਂ ਕਹਿੰਦੇ, ਜੋ ਉਹਨਾਂ ਦਾ ਆ ਉਹ ਕਹਿੰਦੇ ਜੀ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ। ਜੇ ਦੁਆਬੇ ਦੀ ਰੈਲੀ ਰੱਖਣੀ ਆ, ਪਿੰਡ ਦੇ ਵਿੱਚ ਕੱਲ੍ਹ ਰੱਖੀ ਗਈ। ਕਿਸੇ ਵੱਡਾ ਸਾਡਾ ਪ੍ਰੋਗਰਾਮ ਚੱਲਦਾ ਸੀਗਾ, ਅਸੀਂ ਉਹਨੂੰ ਚਾਹੇ ਫਗਵਾੜਾ ਕਰਦੇ, ਜਲੰਧਰ ਕਰਦੇ, ਗੁਰਾਇਆ ਕਰਦੇ, ਕਿਤੇ ਵੱਡੇ ਲੈਵਲ ਤੇ ਇਹਨੂੰ ਆਪਾਂ ਦੁਆਬੇ ਦੀ ਇੱਕ ਰੈਲੀ ਕਰਨਾ ਚਾਹੁੰਦੇ ਸੀਗੇ। ਬੋਲਣ ਦਿਓ ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ। ਹੁਣ ਤੁਸੀਂ ਦੱਸ ਦਿੱਤਾ ਵੀ ਜਿਹੜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਜਿਹੜੀ ਵੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਵੀ ਉਹਨਾਂ ਨੇ 23 ਦੀ ਉੱਥੇ ਰੱਖ ਲਈ, ਅਸੀਂ ਉੱਤੇ ਕੋਈ ਸਵਾਲ ਤਾਂ ਨਹੀਂ ਕੀਤਾ ਵੀ ਉਹਨਾਂ ਨੇ ਸਾਨੂੰ ਪੁੱਛਿਆ ਹੀ ਨਹੀਂ। ਅਸੀਂ ਤਾਂ ਨਹੀਂ ਕੁਝ ਮੇਰੀ ਹੁਣ ਗੱਲ ਸੁਣੋ ਨਾ, ਤੁਸੀਂ ਉਹਨਾਂ ਦੀ ਗੱਲ ਕਰ ਦਿੱਤੀ ਵੀ ਉਹਨਾਂ ਨੇ ਤਾਂ 23 ਨੂੰ ਉੱਥੇ ਰੱਖ ਲਿਆ ਜੀ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪੁੱਛਿਆ ਹੀ ਨਹੀਂ। ਅਸੀਂ ਇਹ ਤਾਂ ਸਵਾਲ ਹੀ ਨਹੀਂ ਕੀਤਾ ਵੀ 23 ਦਾ ਉਹਨਾਂ ਨੇ ਪ੍ਰੋਗਰਾਮ ਕਰ ਲਿਆ, ਸਾਨੂੰ ਪੁੱਛਿਆ ਹੀ ਨਹੀਂ। ਅਸੀਂ ਵੀ ਤਾਂ ਹੈਗੇ ਹੀ ਆ ਮਤਲਬ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੱਦਣ ਦੀ ਇਹ ਜਿਹੜੀ ਇਹ ਸਰਗਰਮ ਹੋਈ ਹੈ, ਜਿੱਦਣ ਦੇ ਮਤਲਬ ਅੰਦੋਲਨ ਸ਼ੁਰੂ ਹੋਇਆ, ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਮਤਲਬ ਇਕਾਈਆਂ ਜਾਂ ਜਿੰਨੀ ਤਾਕਤ ਹੈਗੀ ਉਹ ਅਸੀਂ ਲੜ ਰਹੇ ਹਾਂ। ਪਰ ਅਸੀਂ ਕਿਸੇ ਤੇ ਸਵਾਲ ਨਹੀਂ ਕੀਤਾ ਵੀ ਉਹਨੇ ਸਾਨੂੰ ਪੁੱਛਿਆ ਹੀ ਨਹੀਂਗਾ। ਸੋ ਇਸ ਕਰਕੇ ਇਹਦੇ 'ਚ ਪੁੱਛਣ ਪੱਛਣ ਦਾ ਸਵਾਲ ਨਹੀਂ ਹੈ। ਸਵਾਲ ਤਾਂ ਇਹ ਹੈ ਵੀ ਕਿਤੇ ਵਿਰੋਧ 'ਚ ਤਾਂ ਨਹੀਂ ਜਾ ਰਹੇ। ਜਿਹੜੇ ਕਾਲੇ ਕਾਨੂੰਨਾਂ ਦੀ ਸਾਡੀ ਲੜਾਈ ਹੈ ਉਹਦੇ ਤੇ ਆਪਾਂ ਫੋਕਸ ਹਾਂ ਸਾਰੇ। ਸੋ ਇਹੀ ਬੇਨਤੀ ਆ ਵੀ ਇੱਥੇ ਜਿਹੜਾ ਉਹ ਇਹ ਤੇ ਆਪਾਂ ਅਸੀਂ ਤਾਂ ਇਹੀ ਗੱਲ ਕਰਦੇ ਹਾਂ, ਮੈਸੇਜ ਤਾਂ ਆਮ ਪਬਲਿਕ ਦੇ ਵਿੱਚ ਜਿਹੜਾ ਆਪਣਾ ਵਪਾਰੀ ਵਰਗ ਹੈ ਜਾਂ ਹੋਰ ਵਰਗ ਹੈ, ਚਲੋ ਇਹ ਤਾਂ ਕਿਸਾਨ ਮਜ਼ਦੂਰ ਦੀ ਜਿਹੜੀ ਹੈਗੀ, ਪਰ ਆਮ ਲੋਕਾਂ ਦੇ ਵਿੱਚ ਮੈਸੇਜ ਤਾਂ ਇਹਦਾ ਗਲਤ ਜਾ ਰਿਹਾ ਨਾ। ਤੇ ਕਾਹਦਾ ਜੀ ਕਿਵੇਂ ਜੇ ਇਹ ਦੋ ਰੈਲੀਆਂ ਦੁਆਬੇ ਦੇ ਵਿੱਚ ਦੋ ਰੈਲੀਆਂ ਹੋ ਰਹੀਆਂ ਤਾਂ ਇਹ ਤਾਂ ਮੈਸੇਜ ਉਹ ਭਰਾ ਮੇਰੀ ਗੱਲ ਸੁਣੋ, ਜੇ 32 ਨੇ ਤਾਂ 32 ਰੈਲੀਆਂ ਵੀ ਹੋ ਸਕਦੀਆਂ ਨੇ। ਕੀ ਕਰਾਂਗੇ ਆਪਾਂ ਨਹੀਂ ਮੁਕਾ ਸਕਦੇ। 32 ਜਥੇਬੰਦੀ ਕੋਈ ਕਾਰਨ ਹੋ ਜੇ 32 ਨੇ, ਉਹੀ ਗੱਲ ਕਰ ਰਹੇ ਇੱਕ ਕਾਹਦੇ ਨਹੀਂ, ਫੇਰ ਝੰਡਾ ਕਿਉਂ ਨਹੀਂ? ਇੱਕ ਜਥੇਬੰਦੀ ਬਣ ਜਾਣੀ ਚਾਹੀਦੀ ਸੀ ਇਹ। 32 ਦੀ ਬਜਾਏ ਵੀ ਇੱਕ ਜਥੇਬੰਦੀ ਬਣ ਜਾਣੀ। ਸੋ ਇਹ ਨਹੀਂ ਹੋਣਾ, ਨਹੀਂ ਇਹ ਖੂਬਸੂਰਤ ਇਹ ਹੋਣਾ ਨਹੀਂ। ਇਹ ਖੂਬਸੂਰਤ ਜਥੇਬੰਦੀ ਇੱਕੋ ਹੀ ਮੁੱਦਾ ਸਾਰਾ ਇੱਕ ਹੈ ਜੀ, ਜਿਹੜੀ ਉਹਦਾ ਮੁੱਦਾ ਜਿਹੜੀ ਹੈ। ਐਜੀਟੇਸ਼ਨ ਚੱਲ ਰਹੀ ਆ ਉਹ ਤਾਂ ਇੱਕੋ ਜਥੇਬੰਦੀ ਵੱਲੋਂ ਸੰਯੁਕਤ ਮੋਰਚਾ ਇੱਥੇ ਕਰਕੇ ਹੀ ਬਣਾਇਆ ਗਿਆ ਵੀ ਇਕੱਠੇ ਹੋ ਕੇ ਜਿਹੜੇ ਆ ਕੋਈ ਇੱਕ ਜਥੇਬੰਦੀ ਨਹੀਂ ਜੀ। ਮੇਰੀ ਗੱਲ ਸੁਣੋ, ਅੱਧੇ ਲਾਲ ਕਿਲੇ ਨੂੰ ਚਲੇ ਗਏ, ਅੱਧੇ ਰਿੰਗ ਰੋਡ ਤੇ ਗਏ। ਓਕੇ, ਟਕੈਤ ਕਹਿੰਦਾ ਕਣਕਾਂ ਵਾਹ ਦਿਓ, ਕੋਈ ਕਹਿੰਦਾ ਕੁਝ ਕਹਿੰਦਾ। ਇਦਾਂ ਦੀਆਂ ਗੱਲਾਂ ਆਪਾਂ ਆਫ ਰਿਕਾਰਡ ਕਰ ਲਓ, ਇਹ ਨਾ ਕਰੋ। ਕੋਈ ਇੱਕੋ ਨਹੀਂ ਹੈ, ਤੁਹਾਨੂੰ ਸਭ ਪਤਾ ਹੈ, ਤੁਹਾਨੂੰ ਵੀ ਪਤਾ ਹੈ। ਕਦੀ ਤਾਂ ਲੋਕਾਂ ਨੂੰ ਸਮਝ ਗਏ ਨਾ ਗੱਲ? ਜੇ ਫਰਕ ਨਹੀਂ ਤੁਸੀਂ ਕੁਐਸਚਨ ਕੀਤਾ ਕੋਈ ਇੱਕ ਕੁੜੀ ਹਾਂ, ਜੇ ਫਰਕ ਮਤਲਬ ਜਿਹੜੀਆਂ ਜਥੇਬੰਦੀਆਂ ਆਪਸ ਵਿੱਚ ਇਕੱਠੀਆਂ ਹੈ ਕਿ ਨਹੀਂ, ਤੁਸੀਂ ਹੁਣੇ ਹੀ ਕਿਹਾ ਹਾਂਜੀ। ਨਹੀਂ, ਮੈਂ ਕਿਹਾ ਜੀ ਡਿਫਰੈਂਸਿਸ ਵੀ ਨੇ, ਯੂਨਿਟੀ ਵੀ ਆ। ਡਾਇਲੈਕਟੀਕਲ ਅਪਰੋਚ ਹੈ ਇਸ ਗੱਲ ਦੇ ਵਿੱਚ। ਦੋਵੇਂ ਚੀਜ਼ਾਂ ਹੁੰਦੀਆਂ ਨੇ, ਇੱਕ ਘਰ ਦੇ ਵਿੱਚ ਵੀ, ਇੱਕ ਪਰਿਵਾਰ 'ਚ ਵੀ, ਇੱਕ ਵਿਅਕਤੀ ਦੇ ਵਿੱਚ ਵੀ। ਦੋਵੇਂ ਚੀਜ਼ਾਂ ਲਗਾਤਾਰ ਸਟਰਗਲ ਕਰਦੀਆਂ ਨੇ। ਉਹ ਇਸ ਕਰਕੇ 32 ਆਰਗੇਨਾਈਜੇਸ਼ਨਾਂ 'ਚ ਤੁਸੀਂ ਇੱਕ ਵੀ ਸੱਦਾ ਦਿਖਾਓ ਜਿਹੜਾ ਸੰਯੁਕਤ ਮੋਰਚੇ ਦਾ ਸੱਦਾ ਸਾਰਿਆਂ ਨੇ ਰਲ ਕੇ ਨਹੀਂ ਲਾਗੂ ਕੀਤਾ। ਕੋਈ ਸੱਦਾ ਨਹੀਂ। ਇਸ ਮੌਕੇ ਤੇ ਇੱਕ ਜਥੇਬੰਦੀ ਤਾਂ ਰੈਲੀ ਕਰ ਰਹੀ ਆ, ਪਿੰਡ ਸਹਿਯੋਗ ਦੇ ਰਿਹਾ, ਸਭ ਨੂੰ ਸੱਦਾ ਦੇ ਰਹੇ ਆ। ਇੱਕ ਦੁਆਬੇ 'ਚ ਹੋਊਗੀ, ਉੱਥੇ ਵੀ ਦੇਖਿਓ ਤੁਸੀਂ ਵੀ ਸਾਨੂੰ ਬੁਲਾਇਆ ਜਾ ਰਿਹਾ, ਕਿਸੇ ਹੋਰ ਨੂੰ ਬੁਲਾਇਆ ਜਾਂਦਾ। ਹੋਰ ਕਿਤੇ ਰੈਲੀਆਂ ਹੁੰਦੀਆਂ ਨੇ, ਸਾਰੇ ਥਾਵਾਂ ਤੇ ਗ੍ਰਾਹਾਂ ਨੂੰ ਜਾਂਦੇ ਹੀ ਨੇ, ਬੁਲਾਇਆ ਹੀ ਜਾਂਦਾ। ਸੋ ਇਸ ਕਰਕੇ ਇਹ ਇਹੋ ਜਿਹਾ ਨਹੀਂ ਹੈ ਜਿਹੜੀ ਜੇ ਕੋਈ ਵੀ ਬਣਾਉਂਦਾ ਇਹ ਅਫਸੋਸਨਾਕ ਆ। ਇਹ ਹੋਣਾ ਨਹੀਂ ਚਾਹੀਦਾ। ਯੂਨਿਟੀ ਦੀ ਲੋੜ ਆ, ਇਕਮੁੱਠਤਾ ਦੀ ਲੋੜ ਆ, ਸਾਂਝੇ ਪਲੇਟਫਾਰਮਾਂ ਦੀ ਲੋੜ ਆ। ਪਰ ਇਹ ਇੱਕ ਖੂਬਸੂਰਤ ਸੁਪਨੇ ਨੂੰ ਅਮਲੀ ਜਾਮਾ ਇਸ ਕਰਕੇ ਨਹੀਂ ਪਿਆ ਜਾ ਸਕਦਾ ਵੀ ਪਾਰਟੀਆਂ ਦਾ ਅੰਤ ਨਹੀਂ, ਧਰਮਾਂ ਦਾ ਅੰਤ ਨਹੀਂ, ਇੱਕ ਪਿੰਡ ਦੇ ਵਿੱਚ ਧਾਰਮਿਕ ਸਥਾਨਾਂ ਦਾ ਅੰਤ ਨਹੀਂ। ਦੁਨੀਆ 'ਚ ਸਭ ਕੁਝ ਵੱਖੋ ਵੱਖਰਾ ਵੀ ਆ, ਬਹੁਤ ਕੁਝ ਇੱਕ ਵੀ ਆ। ਜੇ ਅਸੀਂ ਸਾਰਿਆਂ ਦੀ ਯੂਨਿਟੀ ਦਾ ਸੈਂਟਰਲ ਆਧਾਰ ਇਹ ਹੈ ਵੀ ਕਾਲੇ ਕਾਨੂੰਨ ਰੱਦ ਕਰੋ ਤੇ ਸਾਰੇ ਇੱਕ ਹੈ। ਜਿਸ ਮੌਕੇ ਅਮਿਤ ਸ਼ਾਹ ਜਦੋਂ 2 ਲੱਖ ਬੰਦਾ ਜਾ ਰਿਹਾ ਸੀ ਲੈ ਕੇ ਅਗਰਾਹਾਂ, ਅਮਿਤ ਸ਼ਾਹ ਫੋਨ ਕਰਦਾ ਵੀ ਆਜੋ 5-7 ਬੰਦੇ ਲੈ ਕੇ ਹੁਣੇ ਮੁਕਾ ਲੈਂਦੇ ਆ। ਉਹਨਾਂ ਨੇ ਕੀ ਕਿਹਾ ਸੀ ਸਾਰੀ ਦੁਨੀਆ ਜਾਣਦੀ ਆ। ਇਹ ਆਸ ਨਾ ਕਰਿਓ, ਮੈਂ ਨਹੀਂ ਆਉਣਾ ਇਕੱਲੇ ਨੇ। ਜਦੋਂ ਆਵਾਂਗੇ ਤਾਂ 32 ਦੇ 32 ਆਵਾਂਗੇ। ਤੇ ਆਪਾਂ ਪਤਾ ਨਹੀਂ ਇਹ ਯੂਨਿਟੀ ਹੈ, ਇਹ ਯੂਨਿਟੀ ਆ ਜਿਹੜੀ ਆਪੋ ਆਪਣੀ ਕਰਨੀ ਆ ਨਾ। ਕਈ ਵਾਰੀ ਅਗਲੇ ਸਟਰੈਂਥ ਕਰਦੇ ਆ, ਆਪਣੀ ਤਾਕਤ ਕਰਦੇ ਆ, ਇਕੱਠੀ ਕਰਦੇ ਆ। ਉਹਦੇ ਵਾਸਤੇ ਜੇ ਬੋਲ ਇਕੱਠਾ ਕਰਾਂਗੇ ਫੇਰ ਹੀ ਉਹ ਹੋਊਗਾ। ਐ ਤਾਂ ਹੁਣ ਕੱਲ ਕੋਈ ਕਹਿ ਸਕਦਾ ਵੀ ਟਿੱਕਰੀ ਬਾਰਡਰ ਦੇ ਉੱਤੇ 70,000 ਔਰਤ BKU ਗਰਾਹਾਂ ਦੀ ਸੀਗੀ, ਹੈ ਨਾ, ਤੇ ਤੁਸੀਂ ਸੰਯੁਕਤ ਮੋਰਚੇ 'ਚ ਕਾਹਤੇ ਨਹੀਂ ਲੈ ਕੇ ਗਏ? ਸੰਯੁਕਤ ਮੋਰਚੇ ਵਾਲਿਆਂ ਨੇ ਲੱਗ ਕੀਤੀ, ਉਹ ਇੱਧਰ ਨਹੀਂ ਆਏ। ਉਹ ਰੌਲਾ ਥੋੜ੍ਹਾ ਕੋਈ ਅਲੱਗ-ਅਲੱਗ ਹੈਗੇ ਹੀ ਆ, ਇਹ ਤਾਂ ਸੱਚਾਈ ਆ। ਇੰਨੀਆਂ ਪਾਰਟੀਆਂ ਨੇ, ਇੰਨੀਆਂ ਜਥੇਬੰਦੀਆਂ ਨੇ, ਅਲੱਗ-ਅਲੱਗ ਤਾਂ ਇਹ ਵੀ ਹੋ ਸਕਦਾ ਜੀ। ਜਿੱਦਾਂ ਹੁਣ ਸੰਯੁਕਤ ਮੋਰਚੇ ਨਾਲ 32 ਪਾਰਟੀਆਂ, ਉਹ 32 ਚੋਂ ਮੇਰਾ ਖਿਆਲ ਹੈ ਹਰੇਕ ਪਾਰਟੀ ਆਪਣੀ ਪਾਵਰ ਦਿਖਾ ਰਹੀ ਆ ਵੀ ਸਾਡੀ ਸਰਕਾਰ ਕਿੰਨੀ ਆ। ਉਹ ਤੇ ਨਹੀਂ ਹੋ ਰਿਹਾ। ਬਿਲਕੁਲ ਅਸੀਂ ਇਦਾਂ ਨਹੀਂ ਕਰਨਾ, ਕਿਉਂਕਿ ਪਹਿਲਾਂ ਦੁਆਬੇ 'ਚ ਗਰਾਹਾਂ ਨਹੀਂ ਸੀਗੀ। ਮੈਨੂੰ ਲੱਗਦਾ ਵੀ ਇਹ ਸਵਾਲ ਵੀ ਇਸੇ ਕਰਕੇ ਆ ਰਿਹਾ ਵੀ ਉਹ ਗਰਾਹਾਂ ਮਤਲਬ ਦੁਆਬੇ 'ਚ ਕਿਉਂ ਆ ਗਈ। ਮੈਨੂੰ ਇਦਾਂ ਲੱਗਦਾ ਵੀ ਇਦਾਂ ਦਾ ਤਾਂ ਨਹੀਂ ਕੁਛ ਇਦਾਂ ਦਾ ਮਾਮਲਾ ਹੈਗਾ ਵੀ ਜੇ ਕੋਈ ਸਵਾਲ ਕਰਦਾ ਸਾਡੇ ਤੇ ਤੁਹਾਨੂੰ ਨਹੀਂ ਜਿਹੜਾ ਵੀ ਸਵਾਲ ਕਰ ਰਿਹਾ ਹੈ, ਜਿਹੜਾ ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ
ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ ਆ ਕੇ ਕਹਿੰਦੇ ਹੋ ਵੀ ਯਾਰ ਉਹ ਗਰਾਹਾਂ ਵਾਲਿਆਂ ਨੇ ਉੱਥੇ ਰੈਲੀ ਰੱਖ ਲਈ ਵੀ ਤੁਸੀਂ ਦੱਸੋ ਇਹਦੇ ਬਾਰੇ ਆਪਣਾ ਪ੍ਰਤੀਕਰਮ ਦਿਓ, ਕਮੈਂਟ ਦਿਓ, ਤੇ ਉਹ ਕਹਿੰਦੇ ਆ ਵੀ ਭਾਈ ਯਾਰ ਅਸੀਂ ਪਤਾ ਨਹੀਂ, ਸਾਨੂੰ ਤਾਂ ਪੁੱਛਿਆ ਹੀ ਨਹੀਂ ਗਾ, ਸਾਨੂੰ ਤਾਂ ਨੌਲੇਜ ਨਹੀਂ ਹੈਗੀ। ਇਦਾਂ ਲੱਗਦਾ ਵੀ ਕਿਤੇ ਉਹਨਾਂ ਨੂੰ ਇਦਾਂ ਤਾਂ ਨਹੀਂ ਲੱਗ ਰਿਹਾ ਵੀ ਕੋਈ ਇਹੋ ਜਿਹਾ ਵੀ ਸਾਡੀ ਜਿਹੜੀ ਇੱਥੇ ਅਸੀਂ ਜਥੇਬੰਦੀ ਖੜੀ ਹੋਈ ਹੈ ਜਾਂ ਜਥੇਬੰਦੀ ਬਣ ਲੱਗੀ ਆ, ਸਵਾਲ ਉਹਨਾਂ ਦੇ ਹੋ ਸਕਦੇ ਆ, ਪਰ ਇਦਾਂ ਦਾ ਕੁਝ ਨਹੀਂ ਹੈਗਾ। ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਜਥੇਬੰਦੀ ਦੀ ਇਹ ਜਿਹੜੀ ਲਾਮਬੰਦੀ ਹੈ, ਇਹਨਾਂ ਦੀ ਪੂਰੇ ਦੁਆਬੇ ਦੇ ਪਿੰਡਾਂ ਦੇ ਵਿੱਚ ਜਿੰਨੇ ਪਿਛਲੇ ਦਿਨਾਂ ਤੋਂ ਸਰਗਰਮੀ ਕਰ ਰਹੇ ਨੇ, ਉਹ ਸਾਡੀ ਸਾਰੀ ਦੀ ਸਾਰੀ ਇਸ ਅੰਦੋਲਨ ਨੂੰ ਤਗੜਿਆਂ ਕਰਨ ਦੇ ਲਈ ਇਹ ਮੁਹਿੰਮ ਹੈ। ਯਾਨੀ ਤੁਸੀਂ ਪੂਰੇ ਇੱਕ ਤਰ੍ਹਾਂ ਡਟ ਕੇ ਸੰਯੁਕਤ ਮੋਰਚੇ ਬਿਲਕੁਲ ਨਾਲ ਹੈ, ਬਿਲਕੁਲ ਨਾਲ ਹੈ, ਡਟ ਕੇ ਨਾਲ ਹੈ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਅਸੀਂ ਹੈ। ਪਿੰਡ ਵਾਲਿਆਂ ਨੇ ਸੱਦਾ ਲਾਇਆ ਸਪੈਸ਼ਲੀ। ਡਟ ਕੇ ਜੀ। ਜ਼ਿਲ੍ਹਾ ਜਲੰਧਰ ਦੇ ਆਗੂ ਅੱਜ ਅਸੀਂ ਇੱਥੇ ਮਠੱਡਾ ਕਲਾਂ ਦੇ ਵਿੱਚ ਜਿਹੜੀ 12 ਤਰੀਕ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ਹੋਣ ਜਾ ਰਹੀ ਹੈ, ਉਹਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ, ਕਿਉਂਕਿ ਪਿਛਲੇ ਕਾਫੀ ਦਿਨਾਂ ਦੇ ਤੋਂ ਜਿਹੜੇ ਮਠੱਡਾ ਕਲਾਂ ਦੇ ਕਾਂਤੀ ਮੋਹਨ ਸਰਪੰਚ ਤੇ ਉਹਨਾਂ ਦੇ ਸਾਰੇ ਸਾਥੀ, ਉਹਨਾਂ ਨੇ ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ਕਰਾਉਣ ਦਾ ਜਿਹੜਾ ਫੈਸਲਾ ਲਿਆ ਸੀ, ਤੇ ਉਹਦੀ ਲਗਾਤਾਰ ਜਿਹੜੀਆਂ ਤਿਆਰੀਆਂ ਹੋ ਰਹੀਆਂ, ਕਿਉਂਕਿ 12 ਤਰੀਕ ਦੀ ਜਿਹੜੀ ਇਹ ਦੁਆਬੇ ਦੇ ਵਿੱਚ ਜਿਹੜੀ ਇਤਿਹਾਸਕ ਮਹਾਂ ਰੈਲੀ ਹੋਣ ਜਾ ਰਹੀ ਹੈ, ਇਹਨੇ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਜਿਹੜਾ ਸ਼ੁਰੂ ਹੋਇਆ ਹੈ, ਮੋਦੀ ਹਕੂਮਤ ਜਿਹੜੀ ਟੱਸ ਤੋਂ ਮਸ ਨਹੀਂ ਹੋ ਰਹੀ, ਇਸ ਜਿਹੜੀ ਮਹਾਂ ਰੈਲੀ ਹੋਣ ਜਾ ਰਹੀ ਹੈ, ਇਸ ਰੈਲੀ ਨੇ ਉਸ ਅੰਦੋਲਨ ਨੂੰ ਹੋਰ ਤਾਕਤ ਬਖਸ਼ਣੀ ਹੈ। ਦੁਆਬੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਨੂੰ ਲੱਗਦਾ ਸੀ ਵੀ ਦੁਆਬਾ ਪਿਛੜਿਆ ਹੈ ਸੀ, ਪਰ ਦੁਆਬੇ ਦੇ ਵਿੱਚ ਜਿਹੜੀਆਂ ਸਰਗਰਮੀਆਂ ਹੁਣ ਸ਼ੁਰੂ ਹੋਈਆਂ, ਇਹਨੇ ਉਸ ਅੰਦੋਲਨ ਨੂੰ ਹੋਰ ਤਾਕਤ ਬਖਸ਼ਣੀ ਹੈ, ਤੇ ਜਦੋਂ ਤੱਕ ਇਸ ਲੜਾਈ ਨੇ ਹੋਰ ਲੰਬਿਆ ਹੋਣਾ, ਤੇ ਇਸ ਲੜਾਈ ਦੇ ਵਿੱਚ ਦੁਆਬੇ ਦੇ ਬਹੁਤ ਸਾਰੇ ਜਿਹੜੇ ਕਿਰਤੀ ਲੋਕ ਨੇ, ਜਿਹੜੇ ਮਜ਼ਦੂਰ ਕਿਸਾਨ, ਜਿਹੜੇ ਛੋਟੇ ਦੁਕਾਨਦਾਰ ਨੇ, ਜਿਹੜੇ ਦਸਤਕਾਰ ਨੇ, ਜਿਹੜੇ ਹੋਰ ਛੋਟੇ ਕਾਰੋਬਾਰੀ ਨੇ, ਉਹਨਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਨ ਦੇ ਲਈ ਇਸ ਰੈਲੀ ਨੇ ਇੱਕ ਮੀਲ ਪੱਥਰ ਸਾਬਤ ਹੋਣਾ ਹੈ। ਸੋ ਸਾਨੂੰ ਪੂਰੀ ਤਸੱਲੀ ਹੈ ਵੀ ਉਹ ਦਿਨ ਵੱਧ ਚੜ ਕੇ ਜਿਹੜੇ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਜਿਹੜਾ ਹੁੰਗਾਰਾ, ਜਿਹੜੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਤਿਆਰੀ ਹੋ ਰਹੀ ਹੈ, ਉਹਦਾ ਬਹੁਤ ਵਧੀਆ ਹੁੰਗਾਰਾ ਹੈ, ਤੇ ਲੋਕਾਂ ਨੇ ਇੱਥੇ ਵੱਧ ਚੜ ਕੇ ਜਿਹੜਾ ਉਸ ਮਤਲਬ ਜਿਹੜੀ ਆ ਇਸ ਰੈਲੀ ਨੂੰ ਕਾਮਯਾਬ ਕਰ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਜੀ ਉਗਰਾਹਾਂ, ਹਰਿੰਦਰ ਕੌਰ ਬਿੰਦੂ ਇਸਤਰੀ ਵਿੰਗ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਗੂ ਹੈ, ਤੇ ਸੰਯੁਕਤ ਕਿਸਾਨ ਮੋਰਚੇ ਤੋਂ ਰੂਲਦੂ ਸਿੰਘ ਜੀ ਮਾਨਸਾ, ਉਹਨਾਂ ਨੇ ਵੀ ਆਉਣਾ ਹੈ। ਨੌਦੀਪ ਕੌਰ ਜਿਹੜੀ ਉਹ ਜਮਹੂਰੀ ਹੱਕਾਂ ਦੀ ਕਾਰਕੁਨ ਜਿਹੜੀ ਲੜਕੀ, ਜਿਹਨੂੰ ਪਿਛਲੇ ਲਗਭਗ ਕਾਫੀ ਸਮੇਂ ਤੋਂ ਜਿਹੜੇ ਹਰਿਆਣਾ ਦੀ ਖੱਟੜ ਜਿਹੜੀ ਸਰਕਾਰ ਨੇ ਉਹਨੂੰ ਅੰਦਰ ਬੰਦ ਕੀਤਾ ਹੈ ਸੀਗਾ, ਰਿਹਾ ਹੋ ਕੇ ਆਈ ਹੈ, ਉਹਨੇ ਵੀ ਆ ਕੇ ਇੱਥੇ ਜਿਹੜਾ ਉਹ ਸੰਬੋਧਨ ਕਰਨਾ ਹੈ, ਤੇ ਇਹ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਉਹ ਆਪਣੀ ਗੱਲ ਕਰਨੀ ਹੈ ਲੋਕਾਂ ਦੇ ਨਾਲ। ਇਹਨਾਂ ਤੋਂ ਇਲਾਵਾ ਸਾਡਾ ਸਾਰਾ ਹੀ ਸੱਦਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ। ਸਾਡੇ ਆਗੂਆਂ ਨੇ ਉਹਨਾਂ ਨੂੰ ਟੈਲੀਫੋਨ ਦੇ ਉੱਤੇ ਉਹਨਾਂ ਨੂੰ ਸੱਦਾ ਦਿੱਤਾ ਹੈ ਵੀ ਸਾਰੇ ਦੇ ਸਾਰੇ ਇੱਥੇ ਆਉਣ, ਤੇ ਆ ਕੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਬਹੁਤ ਹੀ ਮਾਨ ਸਨਮਾਨ ਦੇ ਨਾਲ ਸਟੇਜ ਦੇ ਉੱਤੋਂ ਜਿਹੜੀ ਬੋਲਣ ਦੀ ਅਸੀਂ ਮਤਲਬ ਬੇਨਤੀ ਕਰਾਂਗੇ, ਕਿਉਂਕਿ ਸਾਡੇ ਜਿਹੜੇ ਜਥੇਬੰਦੀ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੇ ਕੋਈ ਆਗੂ ਰਹਿ ਵੀ ਜਾਂਦੇ ਨੇ ਬੋਲਣ ਤੋਂ, ਤਾਂ ਸਾਨੂੰ ਬਿਲਕੁਲ ਅਸੀਂ ਸਮੇਂ ਦਾ ਖਿਆਲ ਰੱਖ ਕੇ ਅਸੀਂ ਵੱਧ ਤਰਜੀਹ ਦਿਆਂਗੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆਉਂਦੇ ਨੇ ਤਾਂ ਇੱਥੋਂ ਬੋਲ ਕੇ ਲੋਕਾਂ ਦੇ ਨਾਲ ਗੱਲ ਕਰਕੇ ਜਾਣ। ਦੁਆਬੇ ਦੀ ਰੈਲੀ ਤੁਸੀਂ ਦੱਸ ਰਹੇ ਹੋ, ਦੁਆਬੇ ਦੀ ਰੈਲੀ ਨੂੰ ਪਿੰਡ ਦੇ ਵਿੱਚ ਰੱਖਣ ਦਾ ਮੇਨ ਮਕਸਦ? ਦੁਆਬੇ ਦੀ ਰੈਲੀ ਦੇ ਵਿੱਚ ਸਾਡਾ ਪਿੰਡ 'ਚ ਰੱਖਣ ਦਾ ਮਤਲਬ ਇਹ ਹੈ ਵੀ ਸਾਡਾ ਪਿੰਡ ਹੀ ਇਕਾਈਆਂ, ਸਾਡੀ ਜਿਹੜੀ ਸਾਡੀਆਂ ਜਿਹੜੀਆਂ ਅੰਦੋਲਨ ਦੀਆਂ ਜਿਹੜੀਆਂ ਜੜ੍ਹਾਂ ਉਹ ਸਾਡੇ ਪਿੰਡ ਨੇ। ਸੋ ਇਹਨਾਂ ਪਿੰਡਾਂ ਦੇ ਤੋਂ ਸਾਡੀ ਸਾਰੀ ਦੀ ਸਾਰੀ ਤਾਕਤ ਜਿਹੜੀਆਂ ਹੈ ਉਹ ਸਾਡੀਆਂ ਜੜ੍ਹਾਂ ਤੋਂ ਮਿਲਣੀਆਂ। ਜਿੰਨ ਚੱਕਰ ਅਸੀਂ ਜੜ੍ਹਾਂ ਨੂੰ ਹਿਲਾਉਂਦੇ ਨਹੀਂ, ਅਸੀਂ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਨਹੀਂ ਕਰ ਲੈਂਦੇ, ਤਾਂ ਪਿੰਡ ਹੀ ਅੱਜ ਪਿੰਡ ਬਣਾ ਕੇ ਬੈਠੇ ਨੇ। ਉੱਥੇ ਦਿੱਲੀ ਦੇ ਮੋਰਚਿਆਂ ਦੇ ਉੱਤੇ ਵੀ ਉਹ ਪਿੰਡ ਬਣੇ ਹੋਏ ਨੇ। ਪੂਰੇ ਹਿੰਦੁਸਤਾਨ ਦੇ ਸਾਰੇ ਜਿਹੜੇ ਕਿਸਾਨ ਬੈਠੇ ਨੇ ਉਹ ਪਿੰਡਾਂ ਤੋਂ ਹੀ ਨੇ। ਸੋ ਅਸੀਂ ਸਮਝਦੇ ਹਾਂ ਵੀ ਪਿੰਡ ਹੀ ਆ ਸਾਡੀਆਂ ਜੜ੍ਹਾਂ। ਕੱਲ ਇੱਕ ਨਿਊਜ਼ ਵਾਇਰਲ ਹੋਈ ਸੀ ਕਿ 9 ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣ ਗਈ ਹੈ, ਜਿਹੜੀ ਸਰਕਾਰ ਨਾਲ ਗੱਲ ਕਰਨ ਜਾ ਰਹੀ ਹੈ। ਹਾਂਜੀ ਉਹਦੇ ਬਾਰੇ ਕੋਈ ਹੈਗੀ ਜਾਣਕਾਰੀ? ਉਹਦੇ ਬਾਰੇ ਜੀ ਬਿਲਕੁਲ ਆਫੀਸ਼ੀਅਲੀ ਸਾਨੂੰ ਕੋਈ ਜਾਣਕਾਰੀ ਨਹੀਂ, ਅਸੀਂ ਵੀ ਪ੍ਰੈਸ ਦੇ ਵਿੱਚੋਂ ਪੜ੍ਹਿਆ। ਇਹ ਤਾਂ ਹੁਣ ਸੰਯੁਕਤ ਕਿਸਾਨ ਮੋਰਚਾ ਪਲੱਸ ਜਿਹੜੀਆਂ ਸਾਡੀਆਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜੀ ਬਾਅਦ ਬਕਾਇਦਾ ਕੋਆਰਡੀਨੇਸ਼ਨ ਨਾਲ ਤਾਲਮੇਲ ਵਿੱਚ ਜਿਹੜੇ ਸੰਘਰਸ਼ ਦੇ ਵਿੱਚ ਚੱਲ ਰਹੀ ਹੈ, ਇਹਨਾਂ ਦੀਆਂ ਜਿੰਨ ਚੱਕਰ ਆਫੀਸ਼ੀਅਲੀ ਮੀਟਿੰਗਾਂ ਹੋ ਕੇ ਕੋਈ ਗੱਲ ਬਾਹਰ ਨਹੀਂ ਆਉਂਦੀ, ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਪੰਜਾਬ ਸਰਕਾਰ ਦਾ ਬਜਟ ਆਇਆ ਹੈ, ਕਿੱਦਾਂ ਦਾ ਤੁਸੀਂ ਇਹਨੂੰ ਦੇਖਦੇ ਹੋ? ਬਿਲਕੁਲ ਇਹ ਪੰਜਾਬ ਸਰਕਾਰ ਦਾ ਬਜਟ ਜਿਹੜਾ ਲੋਕਾਂ ਨੂੰ ਲੁਭਾਉਣ ਵਾਲਾ, ਲੋਕਾਂ ਨੂੰ ਜੇ ਮੰਨ ਲਓ ਉਹਨਾਂ ਨੇ ਕਹਿ ਦਿੱਤਾ ਵੀ ਕਿਰਤੀਆਂ ਦੇ ਜਿਹੜੀ ਸਗਨ ਸਕੀਮ ਹੈ ਵਧਾ ਕੇ ਉਹਨੂੰ ਡਬਲ ਕਰ ਦਿੱਤਾ ਜਾਂ 3 ਗੁਣਾ ਕਰ ਦਿੱਤਾ, ਜਿੰਨ ਚੱਕਰ ਲੋਕਾਂ ਨੂੰ ਮਿਲਦੀ ਨਹੀਂ। ਇਹ ਤਾਂ ਅਸੀਂ ਸਮਝਦੇ ਹਾਂ ਵੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਜਿਹੜਾ ਇਹ ਬਜਟ ਬਣਾਇਆ ਗਿਆ, ਇਹਦੇ 'ਚ ਕੁਝ ਵੀ ਕੱਢਣ ਪਾਉਣ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਕੁਝ ਵੀ ਨਹੀਂ। ਕੀ ਅਪੀਲ ਕਰਨਾ ਚਾਹੋਗੇ
12 ਦੀ ਰੈਲੀ ਲਈ ਅਸੀਂ ਇਹੀ ਬੇਨਤੀ ਕਰਾਂਗੇ ਪੂਰੇ ਦੇ ਪੂਰੇ, ਜਿੱਥੋਂ ਤੱਕ ਤੁਹਾਡੇ ਮਾਧਿਅਮ ਰਾਹੀਂ ਸਾਡੀ ਆਵਾਜ਼ ਜਾਂਦੀ ਹੈ, ਵੀ ਇਹ ਰੈਲੀ ਜਿਹੜੀ ਆ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਇੱਕ ਮੀਲ ਪੱਥਰ ਸਾਬਤ ਹੋਊਗੀ। ਇਹ 'ਚ ਵੱਧ ਚੜ੍ਹ ਕੇ ਆਉਣਾ ਚਾਹੀਦਾ। ਮਜ਼ਦੂਰ ਕਿਸਾਨ ਹਮਾਇਤ ਸੰਘਰਸ਼ ਕਮੇਟੀ ਵੱਲੋਂ ਜਿਹੜੀ ਸਾਡੀ ਐਜੀਟੇਸ਼ਨ ਮਠੱਡਾ ਕਲਾਂ ਆ, ਪਹਿਲਾਂ ਉਦੋਂ ਹੀ ਨਵਾਂ ਨਾਮ ਦੇ ਕੇ ਮਜ਼ਦੂਰ ਕਿਸਾਨ ਹਮਾਇਤ ਸੰਘਰਸ਼ ਕਮੇਟੀ ਮਠੱਡਾ ਕਲਾਂ ਦੇ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਥੇ ਇੱਕ ਵੱਡੇ ਪੱਧਰ ਤੇ ਮਜ਼ਦੂਰਾਂ ਨੂੰ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜੇ ਹੋਣ ਦੇ ਲਈ ਜਿਹੜਾ ਚੇਤਨਾ ਕਰਨ ਵਾਸਤੇ ਉਹਨਾਂ ਦੀ, ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਿਹਾ ਗਿਆ ਕਿ ਇਹ ਕਿਸਾਨਾਂ ਦਾ ਕੱਲਿਆਂ ਦਾ ਬਿੱਲ ਹੈ, ਕਿਸਾਨਾਂ ਨੂੰ ਕੱਲਿਆਂ ਨੂੰ ਨੁਕਸਾਨ ਹੈ। ਮਜ਼ਦੂਰਾਂ ਨੂੰ ਬਹੁ ਗਿਣਤੀ 'ਚ ਲੋਕਾਂ ਨੂੰ, ਜਿਹੜੇ ਪੌਣੇ 3 ਕਰੋੜ ਦੀ ਆਬਾਦੀ ਜਿਹੜੀ ਪੂਰੇ ਪੰਜਾਬ ਦੀ ਆ, ਉਹਨੂੰ ਚੇਤਨ ਕਰਨ ਵਾਸਤੇ ਔਰ ਸੰਯੁਕਤ ਮੋਰਚੇ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਵੀ ਵੱਡੇ ਪੱਧਰ ਤੇ ਸਾਰੇ ਲੀਡਰ ਸਹਿਬਾਨਾਂ ਨੂੰ, ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਆ ਕਿ ਉਹ ਵੀ ਹਮ-ਹਮਾ ਕੇ ਇਸ ਰੈਲੀ ਨੂੰ ਜਿਹੜਾ ਆ ਕੇ ਸੰਬੋਧਨ ਕਰਨ। ਆਪਣੇ ਸਾਰੇ ਹੀ ਸ਼ੁਭ ਚਿੰਤਕਾਂ ਨੂੰ ਮੈਂ ਇਲਾਕੇ ਭਰ ਦੇ ਸਾਰੇ ਜਿਹੜੇ ਸਾਥੀ ਮਜ਼ਦੂਰ ਕਿਸਾਨ ਹੈਗੇ ਉਹਨਾਂ ਸਭ ਨੂੰ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹ ਸੱਦਾ ਦੇ ਰਿਹਾ ਕਿ ਆਓ ਆਪਾਂ ਕਿਸਾਨ ਦੀ ਬਾਂਹ ਫੜ ਕੇ, ਆਓ ਮਜ਼ਦੂਰ ਅੱਗੇ ਹੋ ਕੇ ਕਿਸਾਨ ਦੀ ਬਾਂਹ ਫੜ ਕੇ ਆਪਾਂ ਇਸ ਘੋਲ ਨੂੰ ਜਿਹੜਾ ਆ ਉਹ ਕਿਸੇ ਬੰਨੇ ਕੰਢੇ ਲਗਾਈਏ। 12 ਮਾਰਚ ਦਿਨ 10:30 ਵਜੇ ਪੰਡਾਲ ਦੇ ਵਿੱਚ ਸਾਰੇ ਹੀ ਸਤਿਕਾਰਯੋਗ ਸਾਥੀ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਮੈਂ ਅਮੋਲਕ ਸਿੰਘ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ। ਸਾਡੀ ਸੰਸਥਾ ਦੇ ਬਾਨੀ ਪ੍ਰਧਾਨ ਭਾਈ ਮੰਨਾ ਸਿੰਘ ਗੁਰਸ਼ਨ ਭਾਜੀ ਸੀ, ਉਹ ਸਾਨੂੰ ਪਹਿਲੇ ਦਿਨ ਤੋਂ ਹੀ ਇਹ ਕਿਹਾ ਕਰਦੇ ਸੀ ਕਿ ਆਪਾਂ ਨੇ ਨਾਟਕ ਕਰਨਾ ਕਾਹਦੇ ਵਾਸਤੇ ਆ, ਜੇ ਲੋਕਾਂ ਦੀ ਦੁੱਖ ਦੀ ਜਿਹੜੀ ਨਬਜ਼ ਹੈ, ਉਹਦੀ ਦੁੱਖ ਦੀ ਰਾਗ ਹੈ, ਜੇ ਉਹ ਨਹੀਂ ਫੜਨੀ। ਇਸ ਕਰਕੇ ਅੱਜ ਜਦੋਂ ਕਾਲੇ ਕਾਨੂੰਨ ਆਏ ਨੇ, ਲੋਕਾਂ ਦੇ ਉੱਤੇ ਮੜੇ ਗਏ ਨੇ, ਸਾਡੀਆਂ ਪੰਜਾਬ ਦੀਆਂ ਦਰਜਨਾਂ ਹੀ ਨਾਟਕ ਟੀਮਾਂ ਤੇ ਸੰਗੀਤ ਮੰਡਲੀਆਂ ਮੈਦਾਨ 'ਚ ਨੇ। ਅੱਜ ਵੀ ਮੇਰੇ ਨਾਲ ਇਸ ਜਗ੍ਹਾ ਦੇ ਉੱਤੇ ਮਠੱਡੇ ਕਲਾਂ ਦੇ ਵਿੱਚ ਕਸਤੂਰੀ ਲਾਲ ਜੀ, ਭੈਣ ਕਮਲ ਜੀ, ਸਾਰੇ ਉਹ ਆਏ ਹੋਏ ਨੇ ਤੇ ਸਾਡੀਆਂ ਨਾਟਕ ਮੰਡਲੀਆਂ ਜਸਵਿੰਦਰ ਪੱਪੀ, ਮਾਨਵਤਾ ਕਲਾ ਮੰਚ ਨਗਰ ਵਾਲੇ ਆਏ ਹੋਏ ਨੇ। ਅਸੀਂ ਅੱਧੀ ਦਰਜਨ ਦੇ ਕਰੀਬ ਟੀਮਾਂ ਇਸ ਗੱਲ ਦੇ ਵਿੱਚ ਲਗਾਤਾਰ ਇਸ ਇਲਾਕੇ 'ਚ ਲੱਗੇ ਹੋਏ ਹਾਂ। ਪਿੰਡ ਨੁੱਕੜ ਨਾਟਕ, ਰੈਲੀਆਂ, ਜਾਗੋ, ਪ੍ਰਭਾਤ ਫੇਰੀਆਂ, ਗੀਤ ਸੰਗੀਤ ਉਸ ਦਿਨ ਵੀ ਪੇਸ਼ ਹੋਊਗਾ ਤੇ ਇਲਾਕੇ ਦੇ ਵਿੱਚ ਵੀ। ਅਸੀਂ ਇਹ ਸਮਝਦੇ ਹਾਂ ਕਿ ਸਾਡਾ ਸੱਭਿਆਚਾਰ ਜਿਹੜਾ ਹੈਗਾ ਉਹ ਮਾਂ ਬੋਲੀ ਦਾ ਸੱਭਿਆਚਾਰ, ਸਾਡੇ ਸਾਹਿਤ ਸੱਭਿਆਚਾਰ ਜਿਹੜਾ ਜਦੋਂ ਕਾਰਪੋਰੇਟ ਘਰਾਣੇ ਆ ਰਹੇ ਨੇ, ਪ੍ਰਾਈਵੇਟ ਮੰਡੀ ਆ ਰਹੀ ਆ, ਤਾਂ ਉਹਨਾਂ ਨੇ ਸਾਡੇ ਕੋਲੋਂ ਸਾਡੀ ਮਾਂ ਬੋਲੀ ਵੀ ਖੋਹ ਕੇ ਲੈ ਜਾਣੀ ਆ ਔਰ ਸਾਡੇ ਜਿਹੜੇ ਰੀਤੀ ਰਿਵਾਜ ਨੇ ਉਹ ਵੀ ਖੋਹ ਕੇ ਲੈ ਜਾਣੇ। ਨਾ ਝਾਂਜਰ ਛਣ ਕੇ ਇੱਥੇ ਨਾ ਪੈਲ ਪਵੇ, ਨਾ ਗਿੱਧੇ ਤੇ ਭੰਗੜੇ ਪੈਣ, ਵੈਣਾ ਦੀ ਰੁੱਤ ਰਹੂਗੀ। ਇਸ ਕਰਕੇ ਜੇ ਕਾਲੇ ਕਾਨੂੰਨ ਹੋ ਗਏ ਤਾਂ ਗਲੀਆਂ ਦੇ ਵਿੱਚ ਲੋਕ ਗੀਤ ਗਾਉਂਦੇ ਫਿਰਿਆ ਕਰਨਗੇ ਵਿਚਾਰੇ ਰੋਂਦੇ ਹੋਏ ਕਿ ਕੁਝ ਸੋਚ ਤੇ ਵਿਚਾਰ ਮੇਰੇ ਬੱਲਿਆ, ਵਿੱਚ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ। ਕਫਣਾ ਦੀ ਰੁੱਤ ਆ ਜੂਗੀ, ਜਾਣੀ ਕਿ ਪੰਛੀ ਵੀ ਤੜਫ ਕੇ ਮਰਿਆ ਕਰਨਗੇ, ਪੰਛੀਆਂ ਜੋਗਾ ਚੋਗਾ ਨਹੀਂ ਰਹਿਣਾ। ਇਹ ਅਡਾਨੀਆਂ ਤੇ ਅਬਾਨੀਆਂ ਨੂੰ ਮੁਲਕ ਵੇਚਿਆ ਜਾ ਰਿਹਾ ਹੈ। ਅਮਰੀਕਾ ਦੀਆਂ ਕਾਰਪੋਰੇਟ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਮੁਲਕ ਪੂਰੇ ਦਾ ਪੂਰਾ ਵੇਚਿਆ ਜਾ ਰਿਹਾ। ਸੋ ਇਸ ਕਰਕੇ ਪੂਰੇ ਮੁਲਕ ਦੇ ਬੁੱਧੀਜੀਵੀ ਅੰਦਰ ਨੇ, ਵੱਡੇ ਵੱਡੇ ਲੇਖਕ, ਕਵੀ, ਵਿਦਵਾਨ ਜਿਹੜੇ ਨੇ, ਪੱਤਰਕਾਰ, ਪ੍ਰੈਸ, ਫੋਟੋਗ੍ਰਾਫਰ ਮੋਦੀ ਸਰਕਾਰ ਨੇ ਅੰਦਰ ਸੁੱਟੇ ਹੋਏ ਨੇ। 12 ਤਰੀਕ ਦੀ ਇਹ ਰੈਲੀ ਇੱਕ ਤਰ੍ਹਾਂ ਦੇ ਨਾਲ ਇਹ ਆਵਾਜ਼ ਵੀ ਦਊਗੀ ਕਿ ਪੂਰੇ ਮੁਲਕ ਦੇ ਅੰਦਰ ਫੜੇ ਹੋਏ ਬੁੱਧੀਜੀਵੀਆਂ ਨੂੰ ਰਿਹਾ ਕਰੋ, ਝੂਠੇ ਮੜੇ ਗਏ ਕੇਸ ਵਾਪਸ ਲਵੋ, ਕਾਲੇ ਕਾਨੂੰਨ ਵਾਪਸ ਲਵੋ ਔਰ ਆਉਣ ਵਾਲੇ ਸਮੇਂ 'ਚ ਨਵਾਂ ਜਿਹੜਾ ਕਰੋਨਾ ਦਾ ਚੱਕਰ ਲਿਆਂਦਾ ਜਾ ਰਿਹਾ, ਕੋਬਰਾ ਕਰੋਨਾ ਦਾ ਕੱਢ ਕੇ ਜਿਹੜਾ ਉਹਦਾ ਡੰਗ ਮਰਵਾ ਕੇ ਲੋਕਾਂ ਦੇ ਉੱਤੇ, ਜਿਵੇਂ ਅੱਗੇ ਜੀ ਵੱਖ-ਵੱਖ ਕਾਨੂੰਨ ਮੜੇ, ਕਿਰਤ ਕਾਨੂੰਨ ਮੜੇ ਔਰ ਇੱਕ ਕਾਲੇ ਕਾਨੂੰਨ ਲੈ ਕੇ ਆਂਦੇ, ਤਾਂ ਇਹ ਸਾਰੇ ਦੌਰ ਦੇ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ ਦੁੱਲੇ ਭੱਟੀ ਦੀ ਗਾਥਾ ਕਰੂਗਾ। ਔਰ ਮੈਂ ਅਖੀਰ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਸਿਰਫ ਇੰਨੀ ਗੱਲ ਕਰਨੀ ਚਾਹੂੰਗਾ ਕਿ 12 ਤਰੀਕ ਨੂੰ ਅਸੀਂ ਇੱਥੇ ਪਿਛਲੇ 1921 ਦੇ ਵਿੱਚ 17 ਜਨਵਰੀ 1921 ਨੂੰ ਮਠੱਡੇ ਕਲਾਂ 'ਚ ਬਹੁਤ ਵੱਡੀ ਕਾਨਫਰੰਸ ਹੋਈ ਸੀ ਕੂਕਾ ਲਹਿਰ ਦੀ। 13 ਵਰ੍ਹਿਆਂ ਦਾ ਭਗਤ ਸਿੰਘ ਇੱਥੇ ਬੋਲ ਕੇ ਗਿਆ ਸੀ। ਅੱਜ ਪੂਰੇ 100 ਸਾਲ ਬਾਅਦ ਮਠੱਡਾ ਕਲਾਂ ਦੀ ਧਰਤੀ ਕੂਕਾ ਲਹਿਰ ਨੂੰ, ਭਗਤ ਸਿੰਘ ਹੋਰਾਂ ਨੂੰ, ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਨੂੰ, ਬਾਬਾ ਨਾਨਕ ਦੀ ਸਾਂਝੀ ਵਾਲਤਾ ਨੂੰ ਤੇ ਦੁੱਲੇ ਭੱਟੀ ਦੇ ਧਮਕ ਨਗਾਰੇ ਦੀ ਨੂੰ, ਇਹਨਾਂ ਸਾਰਿਆਂ ਨੂੰ ਗਲਵੱਕੜੀ ਪਾ ਕੇ ਆਉਣ ਵਾਲੇ ਕੱਲ੍ਹ ਨੂੰ ਅੱਗੇ ਲੈ ਕੇ ਤੁਰੇਗਾ, ਤਾਂ ਜੋ ਇਹ ਬਸੰਤੀ ਰੰਗ ਦੀਆਂ ਚੁੰਨੀਆਂ ਤੇ ਬਸੰਤੀ ਰੰਗ ਦਾ ਚੋਲਾ ਜਿਹੜਾ ਭਗਤ ਸਿੰਘ ਦਾ ਜਵਾਨੀ ਫੜੇ। ਔਰ ਅਸੀਂ ਜਵਾਬ ਦੇਵਾਂਗੇ 12 ਤਰੀਕ ਦੀ, ਸਾਨੂੰ ਪੱਕਾ ਗਰੰਟੀ ਹੈ 12 ਤਰੀਕ ਦੀ ਰੈਲੀ ਨਾਲ। ਜਿਹੜਾ ਇਹ ਕਹਿੰਦਾ ਕਿ ਦਿੱਲੀ ਦੇ ਮੋਰਚਿਆਂ ਤੇ ਇਕੱਠ ਘਟਣ ਲੱਗ ਗਿਆ, ਉਹਦਾ ਜਵਾਬ ਹੋਊਗਾ। ਹੁਣੇ ਨਵਾਂ ਇਤਿਹਾਸ ਜਿਹੜਾ ਸਿਰਜਿਆ ਗਿਆ 8 ਮਾਰਚ ਨੂੰ ਦਿੱਲੀ ਦੀਆਂ ਸੜਕਾਂ ਤੇ, ਯਾਨੀ ਮਠੱਡਾ ਕਲਾਂ 'ਚ ਸਾਨੂੰ ਇਹ ਲੱਗਿਆ
ਸਾਨੂੰ ਬੇਹੱਦ ਖੁਸ਼ੀ ਹੋਈ, ਖਾਸ ਕਰਕੇ ਪਿੰਡ 'ਚ ਰੈਲੀ ਰੱਖਣ ਤੇ। ਗੁਰਸ਼ਨ ਭਾਜੀ ਕਿਹਾ ਕਰਦੇ ਸੀ ਪਿੰਡਾਂ ਨੂੰ ਲੜਾਈ ਦੇ ਜੱਦੋ ਜਹਿਦ ਦੇ ਜਮਰੌਦ ਦੇ ਕਿਲੇ ਬਣਾਓ, ਅਨੰਦਪੁਰ ਸਾਹਿਬ ਦੀਆਂ ਕੱਚੀਆਂ ਗੜੀਆਂ ਬਣਾਓ ਪਿੰਡਾਂ ਨੂੰ, ਪਿੰਡਾਂ ਦੇ ਵਿੱਚੋਂ ਹੀ ਤੁਹਾਡੀ ਤਾਕਤ ਉੱਠ ਕੇ ਆਉਣੀ ਆ, ਸ਼ਹਿਰਾਂ ਤੱਕ ਅੱਗੇ ਜਾਣੀ ਆ। ਸੋ ਇਸ ਕਰਕੇ ਦੋ ਗੱਲਾਂ ਦਾ ਜਵਾਬ 12 ਤਰੀਕ ਦੀ ਰੈਲੀ ਤੋਂ ਪਲਸ ਮੰਚ ਤੇ ਪੰਜਾਬ ਦੇ ਲੋਕ ਆਸ ਕਰਨਗੇ, ਉੱਤੇ ਪੂਰੀ ਉਤਰੂਗੀ ਕਿ ਦਲਿਤ ਵਰਗ ਮੈਦਾਨ 'ਚ ਅੱਗੇ ਲਾ ਕੇ ਆਇਆ ਤੇ ਦੋਹਾਂ ਨੇ ਜੋਟੀ ਪਾ ਕੇ ਅੱਗੇ ਨਿਕਲੇ ਨੇ ਤੇ ਜਵਾਨੀ ਮੈਦਾਨ ਦੇ ਵਿੱਚ ਆ ਬਹੁਤ ਵੱਡਾ ਇਕੱਠ, ਵੀ ਇੱਕ ਪਿੰਡ ਜੇ ਚਾਹੇ ਤਾਂ ਕੀ ਨਹੀਂ ਕਰ ਸਕਦਾ। ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਖਾਸ ਕਰਕੇ ਮੀਡੀਆ ਦਾ ਐਡੀ ਵੱਡੀ ਗਿਣਤੀ 'ਚ ਆਉਣ ਦੇ ਉੱਤੇ ਅਸੀਂ ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ।